पवित्र आत्मा भाग 1। पवित्र आत्मा कौन है? पवित्र आत्मा नूं जाणो। इस तरह के होर साधना वाली समग्री नूं वेखो ते डाउनलोड करो। मित्रो, तुसी पवित्र आत्मा की एम सीरीज़ दे लई तैयार हो। मैं तुहानूं बेनती करदा हां कि अध्ययन किताब नूं नाल रखो। मनन किताब ਅਤੇ अध्ययन किताब। मैं दसांगा कि इन्ना महत्वपूर्ण क्यों है। मैं जाणिया है कि परमेश्वर ਦੇ वचन ਤੇ मनन ਕਰਨ ਲਈ ਸਾਡਾ ਵਿਸ਼ਵਾਸ ਦ੍ਰਿੜ ਹੈ। ਤੁਹਾਡਾ ਵਿਸ਼ਵਾਸ ਵਧਾਉਣ ਦੇ ਲਈ ਮੈਂ ਇਸ ਤੇ ਬਹੁਤ ਮਿਹਨਤ ਕੀਤੀ ਹੈ। ਤੁਹਾਡਾ ਵਿਸ਼ਵਾਸ ਵਧਾਉਣ ਤੇ ਇਸ ਨੂੰ ਮਹੱਤਵਪੂਰਨ ਵਿਸ਼ੇ ਵਿੱਚ ਤੁਹਾਨੂੰ ਡੂੰਘਾਈ ਤੱਕ ਲੈ ਜਾਣ ਲਈ ਤ੍ਰਿਏਕ ਪਰਮੇਸ਼ਰ ਵਿੱਚ ਸਿਰਫ ਪਵਿੱਤਰ ਆਤਮਾ ਹੁਣ ਇਸ ਧਰਤੀ ਤੇ ਹੈ। ਉਹੀ ਹੈ ਜੋ ਸਾਡੇ ਪ੍ਰਭੂ ਯੀਸ਼ੂ ਮਸੀਹ ਨੂੰ ਪ੍ਰਗਟ ਕਰਦਾ, ਮਹਿਮਾ ਦਿੰਦਾ ਤੇ ਸੰਖੇਪ ਰੂਪ ਵਿੱਚ ਵਿਖਾਉਂਦਾ ਹੈ। ਜਿੰਨਾ ਜ਼ਿਆਦਾ ਅਸੀਂ ਉਹਨੂੰ ਜਾਣਾਂਗੇ ਉਨਾ ਜ਼ਿਆਦਾ ਯੀਸ਼ੂ ਨੂੰ ਜਾਣਾਂਗੇ। ਦਿਲ ਪਵਿੱਤਰ ਆਤਮਾ। ਆਸ ਹੈ ਕਿ ਤੁਸੀਂ ਐਮ ਲੜੀ ਦਾ ਆਨੰਦ ਲਓਗੇ। ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਸਾਡੇ ਸਭ ਤੋਂ ਨੇੜੇ ਦੇ ਸਾਥੀ ਮਿੱਤਰ ਤੇ ਨਾਲ ਕੰਮ ਕਰਨ ਵਾਲੇ, ਮੈਨੂੰ ਇੱਥੇ ਭੁੱਖ ਮਹਿਸੂਸ ਹੋ ਰਹੀ ਹੈ। ਇਹ ਬਹੁਤ ਵਿਲੱਖਣ ਹੈ। ਆਪਣੇ ਵਿੱਚ ਇੱਕ ਖਿੱਚ ਮਹਿਸੂਸ ਹੋ ਰਹੀ ਹੈ। ਤੁਸੀਂ ਲੋਕ ਬਹੁਤ ਸੋਹਣੇ ਹੋ। ਮੈਨੂੰ ਤੁਹਾਨੂੰ ਵੇਖ ਕੇ ਚੰਗਾ ਲੱਗਾ ਹੈ। ਸ਼ਾਇਦ ਇਸ ਲਈ ਕਿ ਤੁਸੀਂ ਪਵਿੱਤਰ ਆਤਮਾ ਨਾਲ ਭਰਪੂਰ ਹੋਵੋ, ਇਸੇ ਲਈ ਤੁਸੀਂ ਇੰਨੇ ਸੋਹਣੇ ਹੋ। ਆਮੀਨ। ਅਸੀਂ ਪਵਿੱਤਰ ਆਤਮਾ ਦੇ ਵਿਸ਼ੇ ਵਿੱਚ ਗੱਲ ਕਰ ਰਹੇ ਹਾਂ। ਮੈਂ ਤੁਹਾਨੂੰ ਕੁਝ ਦੱਸਣ ਵਾਲਾ ਹਾਂ। ਪਿਛਲੇ ਕੁਝ ਮਹੀਨੇ ਮੇਰਾ ਜੀਵਨ ਬਹੁਤ ਹੀ ਰਿਹਾ ਹੈ। ਇਵੇਂ 1 ਮਹੀਨੇ ਪਹਿਲਾਂ ਸ਼ੁਰੂ ਹੋਇਆ। ਮੈਂ ਰੋਜ਼ੇ ਵਿੱਚ ਸੀ ਤੇ ਮੈਨੂੰ ਸਾਫ਼ ਰੂਪ ਵਿੱਚ ਅਹਿਸਾਸ ਹੋਇਆ ਕਿ ਪਵਿੱਤਰ ਆਤਮਾ ਮੈਨੂੰ ਆਖ ਰਿਹਾ ਹੋਵੇ, ਰਸੂਲਾਂ ਦੇ ਕਰਤੱਵ ਦੀ ਕਿਤਾਬ ਪੜ੍ਹੋ। ਇਸ ਵਿੱਚ ਹੈਰਾਨੀ ਦੀ ਗੱਲ ਹੈ ਕਿ ਮੈਂ ਪਿਛਲੀ ਵਾਰ ਵੀ ਰੋਜ਼ੇ ਦੇ ਵਿੱਚ ਤਦ ਵੀ ਪਵਿੱਤਰ ਆਤਮਾ ਨੇ ਮੈਨੂੰ ਆਖਿਆ, ਰਸੂਲਾਂ ਦੇ ਕਰਤੱਵ ਦੀ ਕਿਤਾਬ ਪੜ੍ਹੋ, ਅਤੇ ਮੈਂ ਆਖਿਆ ਠੀਕ ਹੈ। ਪਿਛਲੀ ਵਾਰ ਜਦੋਂ ਮੈਂ ਰਸੂਲਾਂ ਦੇ ਕਰਤੱਵ ਕਿਤਾਬ ਪੜ੍ਹੀ ਸੀ ਤਾਂ ਪੌਲਸ ਰਸੂਲ ਦੇ ਪ੍ਰਤੀ ਅਧਿਐਨ ਸਾਹਮਣੇ ਆਇਆ ਸੀ। ਉਹਨੂੰ ਪਰਾਈਆਂ ਕੌਮਾਂ ਵਿੱਚ ਜਾਣ ਦੀ ਬੁਲਾਹਟ ਸੀ, ਪਰ ਉਸ ਦੇ ਪਹਿਲੇ ਪਿਆਰ ਦੇ ਕਾਰਨ ਉਹ ਹਰ ਸ਼ਹਿਰ ਵਿੱਚ ਪਹਿਲਾਂ ਹੈਕਲ ਦੇ ਵਿੱਚ ਯਹੂਦੀਆਂ ਦੇ ਕੋਲ ਗਿਆ। ਇਸ ਦਾ ਨਤੀਜਾ ਇਹ ਹੋਇਆ ਕਿ ਉਹ ਬਾਰ-ਬਾਰ ਪਰੇਸ਼ਾਨੀ ਵਿੱਚ ਪੈ ਰਿਹਾ ਸੀ, ਅਤੇ ਉਸ ਦੇ ਲਈ ਸਭ ਤੋਂ ਵੱਧ ਪਰੇਸ਼ਾਨੀ ਯਹੂਦੀ ਲੋਕਾਂ ਵੱਲੋਂ ਪੈਦਾ ਹੋਈ। ਪਰਮੇਸ਼ਰ ਨੇ ਮੇਰੇ ਨਾਲ ਰੋਜ਼ੇ ਵਿੱਚ ਗੱਲ ਕੀਤੀ ਤੇ ਕਿਹਾ, ਮੈਂ ਤੈਨੂੰ ਜੋ ਕਰਨ ਦੇ ਲਈ ਆਖਿਆ ਹੈ ਉਹ ਕਰ, ਕਿਉਂਕਿ ਜੇ ਉਹ ਉਹਨਾਂ ਨੂੰ ਛੱਡ ਕੇ ਬਾਹਰ ਜਾਂਦਾ ਤਾਂ ਪਰੇਸ਼ਾਨੀ ਨੂੰ ਸੱਦਾ ਦਿੰਦਾ। ਇਸ ਸਮੇਂ ਜਦੋਂ ਮੈਂ ਰਸੂਲਾਂ ਦੇ ਕਰਤੱਵ ਦੀ ਕਿਤਾਬ ਪੜ੍ਹੀ ਤਾਂ ਮੈਨੂੰ ਇਹ ਵੇਖ ਕੇ ਹੈਰਾਨੀ ਹੋਈ ਕਿ ਕੋਈ ਹੋਰ ਗੱਲ ਨਿਕਲ ਕੇ ਸਾਹਮਣੇ ਆਈ ਹੈ। ਮੈਂ ਧਿਆਨ ਨਾਲ ਸ਼ੁਰੂ ਕੀਤਾ। ਰਸੂਲਾਂ ਦੇ ਕੰਮ ਦੀ ਕਿਤਾਬ ਵਿੱਚ ਰਸੂਲ ਸ਼ੁਰੂ ਤੋਂ ਆਗੂ ਤੇ ਵਿਸ਼ਵਾਸੀ, ਉਹ ਪਵਿੱਤਰ ਆਤਮਾ ਦੇ ਕਿੰਨਾ ਨਿਰਭਰ ਰਹਿੰਦੇ ਸਨ, ਉਹਦੇ ਨਾਲ ਕਿੰਨੀ ਗੱਲ ਕਰਦੇ ਸਨ, ਉਹ ਪਵਿੱਤਰ ਆਤਮਾ ਦੇ ਵਿਸ਼ੇ ਵਿੱਚ ਕਿੰਨਾ ਬੋਲਦੇ ਸਨ। ਮਤਲਬ ਇਹ ਵਿਸ਼ੇ ਚਾਰੇ ਪਾਸੇ ਰਿਹਾ। ਮੈਂ ਜਾਣਿਆ ਕਿ ਉਹ ਜੀਵਨ ਦਾ ਮਹੱਤਵਪੂਰਨ ਭਾਗ ਸੀ ਅਤੇ ਉਹਨਾਂ ਦੇ ਲਈ ਹਰ ਕੰਮ ਵਿੱਚ ਭਾਗੀ ਰਿਹਾ। ਰਸੂਲਾਂ ਦੇ ਕਰਤੱਵ ਦੀ ਕਿਤਾਬ ਵਿੱਚ ਕੁਝ ਟਿੱਪਣੀਆਂ ਤਾਂ ਸੁਣੋ, ਅਤੇ ਸਿਰਫ ਕੁਝ ਹੀ ਹਨ, ਅਤੇ ਉੱਥੇ ਕੁਝ ਇਸ ਤਰ੍ਹਾਂ ਲਿਖਿਆ ਹੈ, ਅਸੀਂ ਇਹਨਾਂ ਗੱਲਾਂ ਦੇ ਗਵਾਹ ਹਾਂ ਤੇ ਪਵਿੱਤਰ ਆਤਮਾ ਜੋ ਪਰਮੇਸ਼ਰ ਨੇ ਆਪਣੇ ਮੰਨਣ ਵਾਲਿਆਂ ਨੂੰ ਬਖਸ਼ਿਆ। ਰਸੂਲਾਂ ਦੇ ਕਰਤੱਵ 5:32। ਅਸੀਂ ਪੜ੍ਹਦੇ ਹਾਂ, ਪਵਿੱਤਰ ਆਤਮਾ ਨੇ ਮੈਨੂੰ ਕਿਹਾ ਭਈ ਤੂੰ ਉਹਨਾਂ ਦੇ ਨਾਲ ਚਲਿਆ ਜਾ। ਰਸੂਲਾਂ ਦੇ ਕਰਤੱਵ 11:12। ਉਹਨਾਂ ਵਿੱਚੋਂ ਇੱਕ ਨੇ ਉੱਠ ਕੇ ਆਤਮਾ ਦੇ ਰਾਹੀਂ ਪਤਾ ਦਿੱਤਾ ਜੋ ਸਾਰੀ ਦੁਨੀਆ ਵਿੱਚ ਵੱਡਾ ਕਾਲ ਪਏਗਾ। ਰਸੂਲਾਂ ਦੇ ਕਰਤੱਵ 11:28। ਸੋ ਪਵਿੱਤਰ ਆਤਮਾ ਦੇ ਘੱਲੇ ਹੋਏ। ਰਸੂਲਾਂ ਦੇ ਕਰਤੱਵ 13:4। ਪਵਿੱਤਰ ਆਤਮਾ ਤੇ ਅਸਾਂ ਚੰਗਾ ਜਾਣਿਆ। ਰਸੂਲਾਂ ਦੇ ਕਰਤੱਵ 15:28। ਪਵਿੱਤਰ ਆਤਮਾ ਨੇ ਉਹਨਾਂ ਨੂੰ ਆਸੀਆ ਵਿੱਚ ਵਚਨ ਸੁਣਾਉਣ ਤੋਂ ਮਨਾ ਕੀਤਾ। ਰਸੂਲਾਂ ਦੇ ਕਰਤੱਵ 15:28। ਤਦ ਉਹਨਾਂ ਨੇ ਬਿਥੂਨੀਆਂ ਵਿੱਚ ਜਾਣ ਦਾ ਯਤਨ ਕੀਤਾ, ਪਰ ਯੀਸ਼ੂ ਦੇ ਆਤਮਾ ਨੇ ਉਹਨਾਂ ਨੂੰ ਨਾ ਜਾਣ ਦਿੱਤਾ। ਰਸੂਲਾਂ ਦੇ ਕਰਤੱਵ 16:7। ਤਦ ਪੌਲਸ ਵਚਨ ਸੁਣਾਉਣ ਵਿੱਚ ਰੁੱਝ ਕੇ ਯਹੂਦੀਆਂ ਦੇ ਅੱਗੇ ਗਵਾਹੀ ਦਿੰਦਾ ਰਿਹਾ। ਰਸੂਲਾਂ ਦੇ ਕਰਤੱਵ 18:5। ਤਦ ਪੌਲਸ ਨੇ ਮਨ ਵਿੱਚ ਦਇਆ ਕੀਤੀ ਜੋ ਮਕਦੂਨੀਆ ਨੂੰ ਜਾਵੇ। ਰਸੂਲਾਂ ਦੇ ਕਰਤੱਵ 19:21। ਪਵਿੱਤਰ ਆਤਮਾ ਹਰੇਕ ਨਗਰ ਵਿੱਚ ਮੈਨੂੰ ਇਹ ਕਹਿ ਕੇ ਗਵਾਹੀ ਦਿੰਦਾ ਹੈ। ਰਸੂਲਾਂ ਦੇ ਕਰਤੱਵ 20:23। ਤੁਸੀਂ ਆਪਣੀ ਨਾਲੇ ਉਸ ਸਾਰੇ ਇੱਜੜ ਦੀ ਖਬਰਦਾਰੀ ਕਰੋ ਜਿਹਦੇ ਉੱਤੇ ਪਵਿੱਤਰ ਆਤਮਾ ਨੇ ਤੁਹਾਨੂੰ ਨਿਗਾਹਬਾਨ ਠਹਿਰਾਇਆ ਹੈ, ਜੋ ਪਰਮੇਸ਼ਰ ਦੀ ਕਲੀਸਿਆ ਦੀ ਚਰਵਾਹੀ ਕਰੋ ਜਿਸ ਨੂੰ ਉਹਨੇ ਆਪਣੇ ਲਹੂ ਨਾਲ ਮੁੱਲ ਲਿਆ ਹੈ। ਜਾਂ ਤੁਸੀਂ ਨਿਸ਼ਚਾ ਕੀਤੀ ਤਾਂ ਕੀ ਤੁਹਾਨੂੰ ਪਵਿੱਤਰ ਆਤਮਾ ਮਿਲਿਆ? ਤੁਸੀਂ ਵੇਖ ਰਹੇ ਹੋ ਕਿ ਉਹ ਪਵਿੱਤਰ ਆਤਮਾ ਦੇ ਵਿਸ਼ੇ ਕਿੰਨੀਆਂ ਗੱਲਾਂ ਕਰਦੇ ਹਨ। ਤਾਂ ਮੈਂ ਸੋਚਦਾ ਹਾਂ, 1 ਮਿੰਟ ਰੁਕੋ, ਮੈਂ ਇਹਨਾਂ ਗੱਲਾਂ ਨੂੰ ਅੱਜ ਦੇ ਸਮੇਂ ਨਹੀਂ ਵੇਖਦਾ ਹਾਂ। ਅਸੀਂ ਉਸ ਦੇ ਵਿਸ਼ੇ ਵਿੱਚ ਗੱਲ ਨਹੀਂ ਕਰਦੇ ਹਾਂ। ਇਵੇਂ ਕਿਉਂ? ਮੈਂ ਇੱਥੇ ਕੁਝ ਗੱਲਾਂ ਸਾਫ਼ ਕਰਨ ਜਾ ਰਿਹਾ ਹਾਂ ਜਿਸ ਦੀ ਜ਼ਰੂਰਤ ਨਹੀਂ। ਪਹਿਲਾ, ਪਵਿੱਤਰ ਆਤਮਾ ਦੇ ਬਿਨਾਂ ਮਸੀਹੀ ਜੀਵਨ ਹੈ ਹੀ ਨਹੀਂ। ਪਵਿੱਤਰ ਆਤਮਾ ਦੇ ਬਿਨਾਂ ਮਸੀਹਤ ਖੁਸ਼ਕ ਅਤੇ ਧੁੰਦਲੀ ਬਣ ਜਾਂਦੀ ਹੈ।
ਪਵਿੱਤਰ ਆਤਮਾ ਨੂੰ ਕਲੀਸਿਆ ਵਿੱਚੋਂ ਕੱਢ ਦਿਓ, ਉਸ ਦਾ ਜੀਵਨ ਬਦਲ ਕੇ ਇੱਕ ਸਮਾਜਿਕ ਥਾਂ ਜਾਂ ਆਤਮਿਕ ਧਾਰਮਿਕ ਸੰਸਥਾ ਬਣ ਜਾਵੇਗਾ। ਪਵਿੱਤਰ ਆਤਮਾ ਦੇ ਬਿਨਾਂ ਕੋਈ ਪਿਆਰ ਨਹੀਂ, ਪਵਿੱਤਰ ਆਤਮਾ ਦੇ ਬਿਨਾਂ ਕੋਈ ਪ੍ਰਕਾਸ਼ਨ ਨਹੀਂ। ਸੱਚ ਆਖਿਆ ਜਾਵੇ ਤਾਂ ਪਵਿੱਤਰ ਆਤਮਾ ਦੇ ਬਿਨਾਂ ਵਚਨ ਘਾਤਕ ਹੋ ਜਾਂਦਾ ਹੈ। ਦੂਜਾ ਕਰੰਥੀਆਂ 3:6 ਵਿੱਚ ਆਖਿਆ ਗਿਆ ਹੈ, ਲਿਖਤ ਮਾਰਦੀ ਏ ਪਰ ਆਤਮਾ ਜਵਾਲਦਾ ਏ। ਪਵਿੱਤਰ ਆਤਮਾ ਦੇ ਬਿਨਾਂ ਦਰਸ਼ਨ ਨਹੀਂ, ਪਵਿੱਤਰ ਆਤਮਾ ਦੇ ਬਿਨਾਂ ਆਨੰਦ ਨਹੀਂ, ਪਵਿੱਤਰ ਆਤਮਾ ਦੇ ਬਿਨਾਂ ਸ਼ਾਂਤੀ ਨਹੀਂ, ਪਵਿੱਤਰ ਆਤਮਾ ਦੇ ਬਿਨਾਂ ਆਜ਼ਾਦੀ ਨਹੀਂ। ਪੌਲਸ ਦੂਜਾ ਕਰੰਥੀਆਂ 3:17 ਵਿੱਚ ਆਖਦਾ ਹੈ, ਹੁਣ ਉਹ ਪ੍ਰਭੂ ਦਾ ਆਤਮਾ ਹੈ ਤੇ ਜਿੱਥੇ ਕਿਤੇ ਪ੍ਰਭੂ ਦਾ ਆਤਮਾ ਉੱਥੇ ਹੀ ਆਜ਼ਾਦੀ ਹੈ। ਇੱਕ ਮਿੰਟ ਰੁਕੋ, ਪਰਮੇਸ਼ਰ ਦਾ ਆਤਮਾ ਕਿੱਥੇ ਹੁੰਦਾ ਹੈ? ਉਹ ਹੈ ਸਰਬ ਵਿਆਪੀ, ਉਹ ਹਰ ਥਾਂ ਮੌਜੂਦ ਹੁੰਦਾ ਹੈ। ਇਸ ਲਈ ਇੱਥੇ ਜੋ ਆਖਿਆ ਜਾ ਰਿਹਾ ਹੈ ਉਸ ਨੂੰ ਚੰਗੀ ਤਰ੍ਹਾਂ ਸਮਝਣਾ ਜ਼ਰੂਰੀ ਹੈ। ਇਸ ਦਾ ਸਹੀ ਅਨੁਵਾਦ ਹੈ, ਜਿੱਥੇ ਕਿਤੇ ਪ੍ਰਭੂ ਦਾ ਆਤਮਾ ਹੈ ਉੱਥੇ ਹੀ ਆਜ਼ਾਦੀ ਹੈ। ਦੂਜਾ ਕਰੰਥੀਆਂ 3:17 ਆਪਣੇ ਸ਼ਬਦਾਂ ਵਿੱਚ ਉਸ ਨੂੰ ਪ੍ਰਭੂ ਨਹੀਂ ਬਣਨ ਦਿੱਤਾ ਗਿਆ ਹੈ। ਪ੍ਰਭੂ ਦਾ ਅਰਥ ਕੀ ਹੈ? ਉਹ ਸਰਬ ਸ਼ਕਤੀਸ਼ਾਲੀ ਹੈ। ਉਸ ਨੂੰ ਹਰ ਘਰ ਮਸੀਹੀ ਜੀਵਨ ਕਲੀਸਿਆ ਵਿੱਚ ਪ੍ਰਭੂ ਨਹੀਂ ਬਣ ਦਿੱਤਾ ਜਾਂਦਾ ਹੈ। ਜਿੱਥੇ ਉਸ ਨੂੰ ਪ੍ਰਭੂ ਨਹੀਂ ਬਣਨ ਦਿੱਤਾ ਜਾਂਦਾ ਹੈ ਉੱਥੇ ਆਜ਼ਾਦੀ ਨਹੀਂ। ਤੁਸੀਂ ਖੁਸ਼ਕ ਬਣ ਜਾਂਦੇ ਹੋ, ਤੁਸੀਂ ਆਪਣਾ ਆਨੰਦ ਖੋ ਦਿੰਦੇ ਹੋ, ਤੁਸੀਂ ਆਪਣਾ ਆਰਾਮ ਖੋ ਦਿੰਦੇ ਹੋ। ਤੁਹਾਡਾ ਜੀਵਨ ਕੋਈ ਚੰਗਾ ਨਹੀਂ ਹੈ। ਮੇਰੀ ਉਮਰ 50 ਤੋਂ ਵੱਧ ਹੈ, ਮੈਨੂੰ ਵਿਸ਼ਵਾਸ ਨਹੀਂ ਹੁੰਦਾ, ਮੈਂ ਹੁਣੇ ਆਖ ਦਿੱਤਾ। 1979 ਵਿੱਚ ਮੈਂ 19 ਸਾਲ ਦਾ ਸੀ ਤਾਂ ਜੀਵਨ ਦੇ ਵਿਸ਼ੇ ਵਿੱਚ ਜਿੰਨਾ ਉਤਸ਼ਾਹਿਤ ਸੀ ਉਨਾ ਵੀ ਅੱਜ ਵੀ ਹਾਂ। ਤਾਂ ਤੁਸੀਂ ਜਾਣਦੇ ਹੋ ਮੇਰੀ ਉਮਰ ਕਿੰਨੀ ਹੈ? ਤਾਂ ਸਾਡੀ ਇਹ ਸਿੱਖਿਆ ਦਾ ਉਦੇਸ਼ ਇਹ ਹੈ ਕਿ ਪਵਿੱਤਰ ਆਤਮਾ ਇਸ ਵਿਅਕਤੀ ਨਾਲ ਤੁਹਾਡੀ ਜਾਣ ਪਹਿਚਾਣ ਕਰਾ ਦੇਵੇ। ਬਹੁਤ ਕਿਤਾਬਾਂ ਲਿਖੀਆਂ ਜਾ ਸਕਦੀਆਂ ਹਨ, ਮੈਂ ਬਹੁਤ ਹਫ਼ਤੇ ਪਵਿੱਤਰ ਆਤਮਾ ਦੇ ਸੰਦੇਸ਼ ਦੇ ਸਕਦਾ ਹਾਂ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਮੈਂ ਇੱਥੇ ਖੜੇ ਹੋ ਕੇ ਲੀਜ਼ਾ ਦੇ ਵਿਸ਼ੇ ਵਿੱਚ 4 ਭਾਗਾਂ ਵਿੱਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂ ਤਾਂ ਤੁਹਾਨੂੰ ਕਿਹੋ ਜਿਹਾ ਲੱਗੇਗਾ? ਇਵੇਂ ਹੋ ਨਹੀਂ ਸਕਦਾ। ਮੇਰਾ ਇਸ ਅਦਭੁਤ ਔਰਤ ਦੇ ਨਾਲ ਵਿਆਹ ਹੋਏ ਨੂੰ 30 ਸਾਲ ਹੋਏ ਹਨ ਤੇ ਮੈਂ ਤੁਹਾਨੂੰ ਕੋਈ ਦੱਸਣਾ ਚਾਹੁੰਦਾ ਹਾਂ। ਮੈਂ ਅੱਜ ਵੀ ਉਸ ਦੇ ਵਿਸ਼ੇ ਵਿੱਚ ਮੇਰੀ ਸਮਝ, ਉਸ ਦਾ ਵਿਅਕਤੀਤਵ ਤੇ ਵਿਵਹਾਰ ਦੇ ਮੇਰੇ ਗਿਆਨ ਵਿੱਚ ਹਰ ਦਿਨ ਵਧਦਾ ਹੀ ਜਾ ਰਿਹਾ ਹਾਂ। ਉਸ ਦੇ ਵਿਸ਼ੇ ਵਿੱਚ ਸਿਰਫ 4 ਭਾਗਾਂ ਵਿੱਚ ਕੁਝ ਦੱਸਣਾ ਸੰਭਵ ਨਹੀਂ। ਮੈਂ ਤੁਹਾਡੀ ਸਿਰਫ ਪਹਿਚਾਣ ਕਰਾ ਸਕਦਾ ਹਾਂ। ਮੈਂ ਸਿਰਫ ਦੱਸ ਸਕਦਾ ਹਾਂ ਕਿ ਉਸ ਨਾਲ ਕਿਵੇਂ ਸੰਪਰਕ ਕਰਨਾ ਹੈ, ਸਹੀ ਤਰੀਕੇ ਨਾਲ ਕਿਵੇਂ ਗੱਲ ਕਰਨੀ ਹੈ, ਉਸ ਦੀ ਗੱਲ ਨੂੰ ਕਿਵੇਂ ਸੁਣਨਾ ਹੈ, ਉਸ ਦੇ ਨਾਲ ਕਿਵੇਂ ਕੰਮ ਕਰਨਾ ਹੈ। ਮੈਂ ਤੁਹਾਨੂੰ ਸ਼ੁਰੂ ਕਰਵਾ ਦੇਵਾਂਗਾ ਪਰ ਉਸ ਦੇ ਵਿਸ਼ੇ ਵਿੱਚ ਸਭ ਕੁਝ ਨਹੀਂ ਦੱਸਾਂਗਾ। ਤਾਂ ਤੁਸੀਂ ਸੋਚਦੇ ਹੋ ਕਿ ਮੈਂ ਪਵਿੱਤਰ ਆਤਮਾ ਦੇ ਵਿਸ਼ੇ ਵਿੱਚ ਇਸੇ ਭਾਗ ਵਿੱਚ ਸਭ ਦੱਸ ਦੇਵਾਂ? ਚਲੋ ਛੱਡੋ, ਲੀਜ਼ਾ ਸਿਰਫ 30 ਸਾਲ ਦੀ ਹੈ। ਉਹ ਸਦਾ ਤੋਂ ਸਦਾ ਤੱਕ ਹੈ। ਉਹ ਲੀਜ਼ਾ ਤੋਂ ਥੋੜਾ ਵੱਡਾ ਹੈ, ਸਮਝੋ। ਇੱਥੇ ਇੱਕ ਮਸੀਹੀ ਗਲਤੀ ਕਰਦਾ ਹੈ ਅਤੇ ਉਹ ਇਹ ਹੈ, ਉਹਨਾਂ ਨੇ ਕੋਸ਼ਿਸ਼ ਕੀਤੀ ਜਾਂ ਫਿਰ ਕਰਨੀ ਚਾਹੀ ਕਿ ਪਵਿੱਤਰ ਆਤਮਾ ਦੇ ਕੰਮ ਨੂੰ ਸਮਝੋ, ਪਰ ਪਹਿਲਾਂ ਉਸ ਨੂੰ ਨੇੜਤਾ ਨਾਲ ਵਿਅਕਤੀਗਤ ਰੂਪ ਨਾਲ ਜਾਣੋ ਬਗੈਰ। ਜਦੋਂ ਤੁਸੀਂ ਐਵੇਂ ਕਰਦੇ ਹੋ ਤਦ ਵੱਡੀਆਂ ਗਲਤੀਆਂ ਕਰਦੇ ਹੋ। ਇਹ ਬਹੁਤ ਹੀ ਮਹੱਤਵਪੂਰਨ ਹੈ ਕਿ ਆਪਣੇ ਦਿਲ ਵਿੱਚ ਨਿਸ਼ਚਿਤ ਕਰ ਲਵੋ, ਦ੍ਰਿੜਤਾ ਨਾਲ ਮੰਨ ਲਵੋ ਕਿ ਪਵਿੱਤਰ ਆਤਮਾ ਰੂਹਾਨੀ ਵਿਅਕਤੀ ਹੈ ਜਾਂ ਨਹੀਂ ਹੈ। ਉਹ ਜੋ ਸਦਾ ਤੋਂ ਪਵਿੱਤਰ, ਸਦਾ ਤੋਂ ਸਦਾ ਗਿਆਨੀ, ਸਦਾ ਸਮਰੱਥੀ ਹੈ, ਫਿਰ ਵੀ ਤਾਂ ਕੋਮਲ, ਸੰਵੇਦਨਸ਼ੀਲ, ਦਿਆਲੂ ਹੈ, ਜੋ ਸਾਡਾ ਪਿਆਰ, ਆਰਾਧਨਾ, ਵਿਸ਼ਵਾਸ, ਭਗਤੀ ਤੇ ਸੰਪੂਰਨ ਕਬੂਲ ਕਰਨ ਦੇ ਯੋਗ ਹੈ। ਜਾਂ ਫਿਰ ਜੇ ਪਵਿੱਤਰ ਆਤਮਾ ਸਿਰਫ ਪਰਮੇਸ਼ਰ ਦੀ ਵੱਲੋਂ ਇੱਕ ਪ੍ਰਭਾਵ ਹੈ, ਇੱਕ ਰੂਹਾਨੀ ਭੇਤ ਭਰੀ ਸ਼ਕਤੀ, ਜਿਵੇਂ ਕਈ ਲੋਕ ਸੋਚਦੇ ਹਨ ਕਿ ਖੁੱਲ੍ਹਦਿਲੀ ਦਾ ਆਤਮਾ ਜਾਂ ਫਿਰ ਲੋਕ ਰਾਜ ਦਾ ਆਤਮਾ। ਦੂਜਾ ਨਜ਼ਰੀਆ ਅਧੂਰਾ ਸਹੀ ਹੀ ਹੈ, ਉਹ ਹੋਸ਼ਾ ਹੈ। ਤੇ ਜੇ ਅਸੀਂ ਉਸੇ ਤਰ੍ਹਾਂ ਵਿਸ਼ਵਾਸ ਕਰਦੇ ਹਾਂ ਤਾਂ ਆਤਮਿਕ ਘਮੰਡ ਨੂੰ ਸੱਦਾ ਦਿੰਦੇ ਹਾਂ, ਕਿਉਂਕਿ ਅਸੀਂ ਆਪਣੇ ਆਪ ਨੂੰ ਬਹੁਤ ਵੱਡੇ ਮਸੀਹੀ ਮੰਨ ਕੇ ਦੂਜਿਆਂ ਨੂੰ ਨੀਵਾਂ ਵੇਖਦੇ ਹਾਂ। ਪਰ ਜੇ ਅਸੀਂ ਉਸ ਨੂੰ ਮਹਾਨਤਾ, ਅਸੀਮ ਸਮਰੱਥੀ, ਗਿਆਨ ਅਤੇ ਪਵਿੱਤਰਤਾ ਵਿੱਚ ਖੁਦਾ ਮੰਨਦੇ ਹਾਂ, ਅਤੇ ਇਹ ਵੀ ਕਿ ਉਸ ਨੇ ਵਿਅਕਤੀਗਤ ਰੂਪ ਨਾਲ ਪਿਤਾ ਅਤੇ ਪੁੱਤਰ ਦੇ ਨਾਲ ਮਿਲ ਕੇ ਸਾਡੇ ਅੰਦਰ ਵਾਸ ਕਰਕੇ ਸਾਡੇ ਜੀਵਨ ਨੂੰ ਚੰਗਾ ਬਣਾਉਣ ਦੇ ਲਈ ਹੈ, ਤਾਂ ਉਹ ਸਾਡੇ ਮੂੰਹ ਤੇ ਵਿਖਾਈ ਦਿੰਦਾ ਹੈ ਅਤੇ ਸਾਨੂੰ ਹਲੀਮੀ ਵਿੱਚ ਰਹਿਣ ਦਿੰਦਾ ਹੈ। ਜੋ ਲੋਕ ਪਰਮੇਸ਼ਰ ਨੂੰ ਸਿਰਫ ਇੱਕ ਪ੍ਰਭਾਵ ਦੇ ਰੂਪ ਵਿੱਚ ਵੇਖਦੇ ਹਨ, ਰੂਹਾਨੀ ਸ਼ਕਤੀ ਦੇ ਰੂਪ ਵਿੱਚ ਵੇਖਦੇ ਹਨ, ਤਾਂ ਜਾਣਦੇ ਹਨ ਕਿ ਉਹ ਲਗਾਤਾਰ ਕੀ ਆਖਦਾ ਹੈ, ਮੈਨੂੰ ਪਵਿੱਤਰ ਆਤਮਾ ਹੋਰ ਚਾਹੀਦਾ ਹੈ। ਜੋ ਲੋਕ ਉਸ ਨੂੰ ਅਦਭੁਤ ਅਤੇ ਮਹਾਨ ਆਦਮੀ ਦੇ ਰੂਪ ਵਿੱਚ ਜਾਣਦੇ ਹਨ, ਉਹ ਆਖਣਗੇ, ਮੈਂ ਆਪਣਾ ਹੋਰ ਉਸ ਨੂੰ ਦੇ ਸਕਦਾ ਹਾਂ। ਤੁਸੀਂ ਆਤਮਿਕ ਘਮੰਡ ਦੇ ਨਾਲ ਚੱਲ ਨਹੀਂ ਸਕਦੇ, ਕਿਉਂਕਿ ਜਦ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕੋਲ ਉਸ ਦੀ ਬਹੁਤਾਇਤ ਹੈ। ਕੀ ਤੁਸੀਂ ਸਮਝ ਰਹੇ ਹੋ? ਅਸੀਂ ਇਸ ਅਦਭੁਤ ਸ੍ਰਿਸ਼ਟੀ, ਕੀ ਤੁਸੀਂ ਆਮੀਨ ਆਖੋਗੇ? ਕੁਝ ਲੋਕ ਪਵਿੱਤਰ ਆਤਮਾ ਨੂੰ ਇੱਕ ਵਿਅਕਤੀ ਨਹੀਂ ਸਗੋਂ ਇੱਕ ਪ੍ਰਭਾਵ ਦੇ ਰੂਪ ਵਿੱਚ ਵੇਖਦੇ ਹਨ।
ਇਸ ਦਾ ਇੱਕ ਕਾਰਨ ਇਹ ਹੈ ਕਿ ਉਸ ਨੂੰ ਵਿਅਕਤੀ ਦੇ ਰੂਪ ਵਿੱਚ ਸੰਬੋਧਿਤ ਕਰਦੇ ਹਨ। ਜਾਣਦੇ ਹੋ, ਪਵਿੱਤਰ ਆਤਮਾ ਉਹ ਉਸ ਨੂੰ ਵਸਤੂਆਂ ਦੀ ਤਰ੍ਹਾਂ ਸੰਬੋਧਿਤ ਕਰਦੇ ਹਨ। ਹਰ ਵਾਰ ਉਸ ਵਸਤੂਆਂ ਦੇ ਰੂਪ ਵਿੱਚ ਸੰਬੋਧਿਤ ਕਰਦੇ ਹੋਏ ਸੁਣਨ ਦੇ ਲਈ ਮੈਨੂੰ $1 ਦਿੱਤਾ ਜਾਂਦਾ। ਹਰੇਕ ਵਾਰ ਉਸ ਵਸਤੂ ਦੇ ਰੂਪ ਵਿੱਚ ਸੰਬੋਧਿਤ ਕਰਦੇ ਹੋਏ ਸੁਣਨ ਦੇ ਲਈ ਮੈਨੂੰ $1 ਦਿੱਤਾ ਜਾਂਦਾ ਤਾਂ ਮੈਂ ਬਹੁਤ ਅਮੀਰ ਹੁੰਦਾ। ਬਹੁਤ ਸਾਰੇ ਲੋਕ ਪਵਿੱਤਰ ਆਤਮਾ ਨੂੰ ਪਵਿੱਤਰ ਹੋਂਦ ਮੰਨਦੇ ਹਨ। ਉਹ ਨਹੀਂ ਸਮਝਦੇ ਕਿ ਉਹ ਪਵਿੱਤਰ ਹੈ ਜੋ ਸਾਡਾ ਕਰੀਬੀ ਮਿੱਤਰ ਬਣਨਾ ਚਾਹੁੰਦਾ ਹੈ। ਜੇ ਲੋਕ ਪਰਮੇਸ਼ਰ ਦੇ ਵਚਨ ਦਾ ਮਨਨ ਕਰਨਗੇ ਤਾਂ ਵਚਨ ਨੂੰ ਗੱਲ ਕਰਨ ਦੇਣਗੇ। ਉਹ ਸਮਝ ਜਾਣਗੇ ਕਿ ਪਵਿੱਤਰ ਆਤਮਾ ਦਾ ਕੰਮ ਹੈ। ਰੋਮੀਓ 8:27 ਵਿੱਚ ਪਵਿੱਤਰ ਆਤਮਾ ਦੇ ਮਨ ਦੇ ਵਿਸ਼ੇ ਵਿੱਚ ਆਖਿਆ ਗਿਆ ਹੈ ਅਤੇ ਇਹ ਉਸ ਦੀ ਇੱਛਾ ਹੈ। ਪਹਿਲਾ ਕੁਰਿੰਥੀਆਂ 12:11 ਆਖਦਾ ਹੈ ਕਿ ਉਹ ਦਾਤਾਂ ਨੂੰ ਆਪਣੀ ਇੱਛਾ ਅਨੁਸਾਰ ਦਿੰਦਾ ਹੈ। ਰੋਮੀਓ 15, ਗਲਾਤੀਆਂ 5:22, ਅਫਸੀਆਂ 4:30 ਵਿੱਚ ਉਸ ਦੇ ਪਿਆਰ ਅਤੇ ਆਨੰਦ ਦੇ ਵਿਸ਼ੇ ਵਿੱਚ ਦੱਸਿਆ ਗਿਆ ਹੈ। ਆਖਿਆ ਗਿਆ ਹੈ ਕਿ ਉਹ ਤਸੱਲੀ ਦਿੰਦਾ ਹੈ, ਉਹ ਬੋਲਦਾ ਹੈ। ਇਬਰਾਨੀਆਂ 3:11 ਵਿੱਚ ਲਿਖਿਆ ਕਿ ਉਹ ਸਾਫ਼ ਤਰੀਕੇ ਨਾਲ ਬੋਲਦਾ ਹੈ। ਪਹਿਲਾ ਤੀਮੋਥੀਉਸ 4:1 ਦੱਸਦਾ ਹੈ ਕਿ ਉਹ ਸਿਖਾਉਂਦਾ ਹੈ। ਮੈਂ ਕਿਸੇ ਗੂੰਗੀ ਸਿੱਖਿਆ ਨੂੰ ਨਹੀਂ ਜਾਣਦਾ, ਕੀ ਤੁਸੀਂ ਜਾਣਦੇ ਹੋ? ਮੈਂ ਉਹਨਾਂ ਸਿੱਖਿਆਵਾਂ ਨੂੰ ਜਾਣਦਾ ਹਾਂ ਜੋ ਲੋਕ ਹਨ, ਜੋ ਬੋਲਦੇ ਹਨ ਸਹੀ। ਉਸ ਨੂੰ ਦੁਖੀ ਕੀਤਾ ਜਾ ਸਕਦਾ ਹੈ, ਉਸ ਨੂੰ ਦੁਖੀ ਤੇ ਉਦਾਸ ਕੀਤਾ ਜਾ ਸਕਦਾ ਹੈ। ਅਫਸੀਆਂ 4:30 ਉਸ ਨੂੰ ਅਪਮਾਨਿਤ ਕੀਤਾ ਜਾ ਸਕਦਾ ਹੈ। ਇਬਰਾਨੀਆਂ 10:29 ਉਸ ਨੂੰ ਰੋਕਿਆ ਜਾ ਸਕਦਾ ਹੈ। ਰਸੂਲਾਂ ਦੇ ਕਰਤੱਵ 7:51 ਉਸ ਨੂੰ ਝੂਠ ਬੋਲਿਆ ਜਾ ਸਕਦਾ ਹੈ। ਰਸੂਲਾਂ ਦੇ ਕਰਤੱਵ 5। ਪਵਿੱਤਰ ਆਤਮਾ ਦੇ ਵਿਸ਼ੇ ਵਿੱਚ ਸਾਡੀ ਪਹਿਲੀ ਕਲਪਨਾ ਕੀ ਹੈ? ਉਹ ਕਬੂਤਰ ਹੈ। ਐਵੇਂ ਕਿਉਂ ਹੈ? ਕਿਉਂਕਿ ਚਾਰੇ ਅੰਜੀਲਾਂ ਵਿੱਚ ਅਸੀਂ ਪਵਿੱਤਰ ਆਤਮਾ ਯੀਸ਼ੂ ਦੇ ਉੱਤੇ ਕਬੂਤਰ ਦੇ ਰੂਪ ਵਿੱਚ ਉਤਰਦਾ ਵੇਖਿਆ। ਪਰ ਮੈਂ ਇੱਕ ਗੱਲ ਆਖਾਂਗਾ, ਅਸੀਂ ਕਿਵੇਂ ਆਖਦੇ ਹਾਂ ਕਿ ਉਹ ਹਵਾ ਦੀ ਤਰ੍ਹਾਂ ਦੌੜਦੀ ਹੈ ਜਾਂ ਬੈਲ ਦੀ ਤਰ੍ਹਾਂ ਮਜ਼ਬੂਤ ਹੈ? ਐਵੇਂ ਆਖਣ ਲਈ ਉਹ ਹਵਾ ਜਾਂ ਚਾਰ ਪੈਰਾਂ ਵਾਲਾ ਜੰਤੂ ਬਣ ਜਾਂਦਾ ਹੈ? ਬਿਲਕੁਲ ਵੀ ਨਹੀਂ। ਹਰ ਕੋਈ ਆਖੇਗਾ ਹਾਂ, ਪਰ ਜੌਨ ਪਰਮੇਸ਼ਵਰ ਦੇ ਸਿਆਸਨ ਦੇ ਸਾਹਮਣੇ ਉਸ ਨੂੰ ਅੱਗ ਦੀ ਲੋਥ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਕੀ ਮੈਂ ਤੁਹਾਨੂੰ ਦੱਸਾਂ ਕਿ ਬਾਈਬਲ ਵਿੱਚ ਆਖਿਆ ਗਿਆ ਹੈ ਕਿ ਉਹ ਲੇਲੇ ਦੀ ਤਰ੍ਹਾਂ ਚੁੱਪ ਰਿਹਾ, ਮੰਨੋ ਜਿਵੇਂ ਉਹਨੂੰ ਕੱਟਣ ਲਈ ਲਿਜਾ ਰਹੇ ਹੋਣ। ਯਹੂਨਾ ਯੀਸ਼ੂ ਨੂੰ ਇਸੇ ਤਰ੍ਹਾਂ ਪੇਸ਼ ਕਰਦਾ ਹੈ। ਯੀਸ਼ੂ ਕੋਈ ਚਾਰ ਪੈਰਾਂ ਵਾਲਾ ਜੰਤੂ ਨਹੀਂ ਸੀ, ਯੀਸ਼ੂ ਲੇਲਾ ਨਹੀਂ ਸੀ ਅਤੇ ਪਵਿੱਤਰ ਆਤਮਾ ਪਰਮੇਸ਼ਰ ਦੇ ਸਿਆਸਨ ਦੇ ਸਾਹਮਣੇ ਹਰ ਭੇਦ ਰੂਪੀ ਨਾਲ ਬਲਣ ਵਾਲੀ ਅੱਗ ਨਹੀਂ ਹੈ। ਤੁਸੀਂ ਮੇਰੇ ਨਾਲ ਹੋ? ਤਾਂ ਪਵਿੱਤਰ ਆਤਮਾ ਕੌਣ ਹੈ? ਉਹ ਤ੍ਰਿਏਕ ਪਰਮੇਸ਼ਵਰ ਦਾ ਤੀਜਾ ਵਿਅਕਤੀ ਹੈ। ਉਤਪਤ 1:26 ਵਿੱਚ ਆਖਿਆ ਗਿਆ ਹੈ ਤਾਂ ਪਰਮੇਸ਼ਰ ਨੇ ਆਖਿਆ ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਤੇ ਆਪਣੇ ਵਰਗਾ ਬਣਾਈਏ। ਪਰਮੇਸ਼ਰ ਨੇ ਨਹੀਂ ਆਖਿਆ ਮੈਂ ਮਨੁੱਖ ਬਣਾਉਂਦਾ ਹਾਂ, ਅਸੀਂ ਮਨੁੱਖ ਬਣਾਉਂਦੇ ਹਾਂ। ਜੇ ਤੁਸੀਂ ਰਸੂਲਾਂ ਦੇ ਕਰਤੱਵ 10:38 ਨੂੰ ਵੇਖੋਗੇ ਤਾਂ ਪਿਤਾ, ਪੁੱਤਰ ਤੇ ਪਵਿੱਤਰ ਆਤਮਾ ਦੀ ਵੱਖ-ਵੱਖ ਪਹਿਚਾਣ ਹੈ ਕਿ ਪਰਮੇਸ਼ਰ ਨੇ ਪਵਿੱਤਰ ਆਤਮਾ ਅਤੇ ਸ਼ਕਤੀ ਨਾਲ ਉਸ ਦਾ ਮਸਾ ਕਿਵੇਂ ਕੀਤਾ ਸੀ। ਉਹ ਭਲਾ ਕਰਦਾ ਤੇ ਸਭਨਾਂ ਨੂੰ ਜੋ ਸ਼ੈਤਾਨ ਦੇ ਕਾਬੂ ਕੀਤੇ ਹੋਏ ਸਨ ਚੰਗਾ ਕਰਦਾ ਫਿਰਿਆ। ਇੱਥੇ ਪਿਤਾ ਨੇ ਯੀਸ਼ੂ ਨੂੰ ਪਵਿੱਤਰ ਆਤਮਾ ਨਾਲ ਮਸਾ ਕੀਤਾ ਹੈ। ਇੱਥੇ ਸਾਨੂੰ ਤਿੰਨੇ ਵਿਅਕਤੀ ਇਕੱਠੇ ਦਿਖਾਈ ਦਿੰਦੇ ਹਨ। ਜਦੋਂ ਯੀਸ਼ੂ ਦਾ ਜਰਦਨ ਨਦੀ ਵਿੱਚ ਬਪਤਿਸਮਾ ਹੋਇਆ, ਤਿੰਨੋਂ ਵੱਖੋ-ਵੱਖ ਆਦਮੀ ਦੇ ਰੂਪ ਵਿੱਚ ਕੰਮ ਕਰਦੇ ਹਨ। ਇੱਥੇ ਅਸੀਂ ਯੀਸ਼ੂ ਨੂੰ ਯਹੂਨਾ ਦੁਆਰਾ ਬਪਤਿਸਮਾ ਲੈਂਦੇ ਹੋਏ ਵੇਖਦੇ ਹਾਂ। ਅਸੀਂ ਉਸ ਨੂੰ ਪਾਣੀ ਤੋਂ ਬਾਹਰ ਆਉਂਦੇ ਤੇ ਪਵਿੱਤਰ ਆਤਮਾ ਨੂੰ ਕਬੂਤਰ ਦੀ ਤਰ੍ਹਾਂ ਉਹਦੇ ਉੱਤੇ ਆਉਂਦੇ ਹੋਏ ਵੇਖਦੇ ਹਾਂ। ਪਰਮੇਸ਼ਰ ਪਿਤਾ ਸਵਰਗ ਤੋਂ ਆਖਦੇ ਸੁਣਦੇ ਹਾਂ, ਇਹ ਮੇਰਾ ਪਿਆਰਾ ਪੁੱਤਰ ਹੈ, ਮੈਂ ਇਸ ਤੋਂ ਖੁਸ਼ ਹਾਂ। ਤਾਂ ਇੱਥੇ ਤਿੰਨੋਂ ਵੱਖੋ-ਵੱਖ ਆਦਮੀ ਪਰ ਤਿੰਨੇ ਇੱਕ ਪਰਮੇਸ਼ਰ ਹਨ, ਕਿਉਂਕਿ ਵਿਵਸਥਾਸਾਰ 6:4 ਵਿੱਚ ਆਖਿਆ ਗਿਆ ਹੈ, ਹੇ ਇਜ਼ਰਾਈਲ ਸੁਣ, ਯਹੋਵਾ ਸਾਡਾ ਪਰਮੇਸ਼ਰ ਇੱਕੋ ਹੀ ਯਹੋਵਾ ਹੈ। ਹੇ ਇਜ਼ਰਾਈਲ ਸੁਣ, ਯਹੋਵਾ ਸਾਡਾ ਪਰਮੇਸ਼ਰ ਇੱਕੋ ਹੀ ਯਹੋਵਾ ਹੈ। ਵਿਵਸਥਾਸਾਰ 6:4। ਜੇ ਅਸੀਂ ਰੋਮੀਓ 3:3 ਨੂੰ ਵੇਖਾਂਗੇ, ਇੱਕ ਹੀ ਪਰਮੇਸ਼ਰ ਹੈ ਜੋ ਧਰਮੀ ਠਹਿਰਾਉਂਦਾ ਹੈ। ਯਕੂਬ 2:19 ਤੂੰ ਨਿਸ਼ਚੈ ਰੱਖਦਾ ਹੈ ਕਿ ਪਰਮੇਸ਼ਰ ਇੱਕੋ ਹੈ, ਤੂੰ ਠੀਕ ਕਰਦਾ ਹੈ। ਤੈਨੂੰ ਵਿਸ਼ਵਾਸ ਹੈ ਕਿ ਇੱਕੋ ਹੀ ਪਰਮੇਸ਼ਰ ਹੈ, ਤੂੰ ਠੀਕ ਕਰਦਾ ਹੈ। ਯਕੂਬ 2:19। ਤੁਹਾਡੇ ਸਮਝਾਉਣ ਦੇ ਲਈ ਇੱਕ ਉਦਾਹਰਨ, ਤੁਹਾਡੇ ਕੋਲ ਪਾਣੀ ਹੈ। ਕਿੰਨੇ ਜਾਣਦੇ ਹਨ ਕਿ ਪਾਣੀ 3 ਰੂਪ ਲੈਂਦਾ ਹੈ? ਭਾਫ਼, ਤਰਲ ਪਾਣੀ ਤੇ ਸਖਤ ਬਰਫ਼। ਪਰ ਤਿੰਨੇ ਇੱਕੋ ਹੀ ਤਰ੍ਹਾਂ ਦੇ ਪਦਾਰਥ ਹਨ। ਤਿੰਨੋਂ ਵੱਖ-ਵੱਖ ਪਰ ਇੱਕ ਹੀ ਤਰ੍ਹਾਂ ਦੇ ਪਦਾਰਥ ਹਨ। ਉਹੀ ਪਿਤਾ ਹੈ, ਉਹੀ ਪੁੱਤਰ ਹੈ, ਉਹੀ ਪਵਿੱਤਰ ਆਤਮਾ ਹੈ। ਆਮੀਨ। ਕਲਾਉਡ ਲਾਇਬ੍ਰੇਰੀ ਦੇ ਲਾਭ। ਕੀ ਤੁਸੀਂ ਜੌਨ ਤੇ ਲੀਜ਼ਾ ਦੀਆਂ ਪ੍ਰਭਾਵਸ਼ਾਲੀ ਸਿੱਖਿਆਵਾਂ ਪ੍ਰਾਪਤ ਕਰਨਾ ਚਾਹੁੰਦੇ ਹੋ? ਜੇ ਤੁਸੀਂ ਪੰਜਾਬੀ ਦੇ ਇਲਾਵਾ ਕੋਈ ਹੋਰ ਭਾਸ਼ਾ ਬੋਲਦੇ ਹੋ ਤਾਂ cloudlibrary.org ਪਰ ਜਾਓ, ਆਪਣੀ ਭਾਸ਼ਾ ਚੁਣੋ। ਈ-ਬੁੱਕ, ਸੰਪੂਰਨ ਸਿੱਖਿਆ ਸਮੱਗਰੀ, ਵੀਡੀਓ, ਆਡੀਓ ਮੈਸੇਂਜਰ, ਸਭ ਤੋਂ ਨਵੀਂ ਸਮੱਗਰੀ ਪ੍ਰਾਪਤ ਕਰਨ ਦੀ ਜਾਣਕਾਰੀ ਲਈ ਪੰਜੀਕਰਨ ਕਰੋ cloudlibrary.org ਤੇ ਹੋਰ ਸਿੱਖੋ। ਭਾਗ 1 ਭਾਗ 2। ਪਵਿੱਤਰ ਬਾਈਬਲ ਵਿੱਚ ਵਿਖਾਈ ਦੇਣ ਵਾਲਾ ਤ੍ਰਿਏਕ ਦਾ ਉਹ ਪਹਿਲਾ ਮੈਂਬਰ ਹੈ।
ਉਤਪਤ 1 ਆਦਿ ਵਿੱਚ ਪਰਮੇਸ਼ਰ ਨੇ ਧਰਤੀ ਤੇ ਆਕਾਸ਼ ਨੂੰ ਉਤਪਤ ਕੀਤਾ। ਦੂਜੀ ਆਇਤ ਕੀ ਆਖਦੀ ਹੈ? ਧਰਤੀ ਬੇਡੌਲ ਤੇ ਸੁੰਜੀ ਸੀ ਅਤੇ ਡੂੰਘਾਈ ਉੱਤੇ ਹਨੇਰਾ ਸੀ ਅਤੇ ਪਰਮੇਸ਼ਰ ਦਾ ਆਤਮਾ ਪਾਣੀਆਂ ਦੇ ਉੱਤੇ ਸਿਉਂਦਾ ਸੀ। ਉਹ ਉਤਪਤ 1:2 ਵਿੱਚ ਵਿਖਾਈ ਦਿੰਦਾ ਹੈ। ਤਾਂ ਪਵਿੱਤਰ ਆਤਮਾ ਕੌਣ ਹੈ? ਸਾਨੂੰ ਇਹ ਪੁੱਛਣਾ ਚਾਹੀਦਾ ਹੈ। ਧਰਤੀ ਤੇ ਸਭ ਤੋਂ ਅਦਭੁਤ, ਸੋਹਣਾ, ਹੈਰਾਨੀਜਨਕ, ਦਿਆਲੂ, ਕੋਮਲ, ਸੰਵੇਦਨਸ਼ੀਲ, ਸਮਰੱਥੀ ਆਦਮੀ ਹੈ। ਤੁਸੀਂ ਸ਼ਾਇਦ ਆਖੋ, ਜੌਨ, ਧਰਤੀ ਦੇ ਉੱਤੇ? ਅਤੇ ਮੈਂ ਆਖਾਂਗਾ, ਜੀ ਹਾਂ, ਧਰਤੀ ਦੇ ਉੱਤੇ। ਤੁਹਾਨੂੰ ਇਹ ਜਾਣਨਾ ਚਾਹੀਦਾ ਹੈ ਕਿ ਪਿਤਾ ਇੱਥੇ ਧਰਤੀ ਤੇ ਨਹੀਂ ਹੈ, ਉਹ ਆਪਣੇ ਸਿਆਸਨ ਤੇ ਹੈ। ਯੀਸ਼ੂ ਇੱਥੇ ਧਰਤੀ ਤੇ ਨਹੀਂ ਹੈ। ਮੈਂ ਲੋਕਾਂ ਨੂੰ ਇਹ ਆਖਦੇ ਹੋਏ ਸੁਣਦਾ ਹਾਂ, ਯੀਸ਼ੂ ਮੇਰੇ ਦਿਲ ਵਿੱਚ ਹੈ। ਉਹ ਪਿਤਾ ਦੇ ਸੱਜੇ ਪਾਸੇ ਬੈਠਾ ਤੇ ਸਵਰਗ ਦੂਤ ਨੇ ਸਾਫ਼ ਤਰੀਕੇ ਨਾਲ ਆਖਿਆ। ਇਹ ਰਸੂਲਾਂ ਦੇ ਕਰਤੱਵ 1 ਅਧਿਆਇ ਦੀ 9 ਤੋਂ 11 ਆਇਤ ਵਿੱਚ ਹੈ। ਉਹਨਾਂ ਦੇ ਵੇਖਦਿਆਂ ਉਹ ਤਾਹਾਂ ਉਠਾ ਲਿਆ ਗਿਆ ਤੇ ਬੱਦਲਾਂ ਨੇ ਉਸ ਨੂੰ ਉਹਨਾਂ ਦੀ ਨਜ਼ਰੋਂ ਓਹਲੇ ਕਰ ਦਿੱਤਾ। ਜਦੋਂ ਆਕਾਸ਼ ਦੀ ਵੱਲ ਤੱਕ ਰਹੇ ਸਨ, ਵੇਖੋ 2 ਜਣੇ ਚਿੱਟਾ ਪਹਿਰਾਵਾ ਪਹਿਨੀ ਉਹਨਾਂ ਦੇ ਕੋਲ ਖਲੋਤੇ ਸਨ। ਹੇ ਗਲੀਲੀ ਪੁਰਖੋ, ਤੁਸੀਂ ਕਿਉਂ ਖੜੇ ਆਕਾਸ਼ ਦੀ ਵੱਲ ਵੇਖਦੇ ਹੋ? ਜਿਸ ਤਰ੍ਹਾਂ ਤੁਸੀਂ ਉਸ ਨੂੰ ਆਕਾਸ਼ ਉੱਤੇ ਜਾਂਦੇ ਵੇਖਿਆ, ਉਸੇ ਤਰ੍ਹਾਂ ਉਹ ਮੁੜ ਸਵਰਗੋਂ ਇਸੇ ਤਰ੍ਹਾਂ ਆਵੇਗਾ। ਦੂਜੇ ਸ਼ਬਦਾਂ ਵਿੱਚ, ਉਹ ਬੱਦਲਾਂ ਤੇ ਮੁੜ ਆਵੇਗਾ। ਕੀ ਉਹ ਬੱਦਲਾਂ ਵਿੱਚੋਂ ਮੁੜ ਆਵੇਗਾ? ਨਹੀਂ। ਕੁਝ ਲੋਕ ਸ਼ਾਇਦ ਸੋਚਦੇ ਹੋਣਗੇ, ਪਰ ਉਹ ਦੂਰ ਕਿਸੇ ਥਾਂ ਤੇ ਹੈ ਜਿੱਥੇ ਅਸੀਂ ਉਹਨੂੰ ਲੱਭ ਨਹੀਂ ਸਕਦੇ। ਪਰ ਉਹ ਤਾਂ ਹੁਣੇ ਬੱਦਲਾਂ ਤੇ ਮੁੜ ਨਹੀਂ ਆਵੇਗਾ। ਇਸ ਦਾ ਅਰਥ ਹੈ ਉਹ ਪਿਤਾ ਦੇ ਸੱਜੇ ਪਾਸੇ ਹੈ। ਜਦੋਂ ਇਸਤੀਫਾਨ ਨੂੰ ਪਥਰਾਵ ਕੀਤਾ ਜਾ ਰਿਹਾ ਸੀ ਤਾਂ ਉਸਨੇ ਵੇਖਿਆ ਤੇ ਉਸਨੇ ਪਰਮੇਸ਼ਰ ਦੀ ਮਹਿਮਾ ਨੂੰ ਵੇਖਿਆ ਤੇ ਯੀਸ਼ੂ ਉਹਦੇ ਸੱਜੇ ਪਾਸੇ ਖੜਾ ਹੈ। ਮੈਨੂੰ ਚੰਗਾ ਲੱਗਦਾ ਹੈ ਕਿਵੇਂ ਯੀਸ਼ੂ ਆਪਣੀ ਜਾਨ ਦੇਣ ਵਾਲਿਆਂ ਦੇ ਲਈ ਖੜਾ ਰਿਹਾ। ਮੈਨੂੰ ਇਹ ਚੰਗਾ ਲੱਗਦਾ ਹੈ। ਪਰ ਯੀਸ਼ੂ ਤਾਂ ਉੱਥੇ ਉਸ ਸਮੇਂ ਤੇ ਲਗਭਗ 2000 ਸਾਲਾਂ ਤੋਂ ਸੀ। ਉਹ ਇੱਥੇ ਨਹੀਂ ਹੈ। ਤੁਸੀਂ ਕਿੰਨਾ ਵੀ ਆਖੋ ਤੁਹਾਡੇ ਦਿਲ ਵਿੱਚ ਹੈ, ਮੈਨੂੰ ਪਰਵਾਹ ਨਹੀਂ। ਇਹ ਪਿਤਾ ਦਾ ਆਤਮਾ ਯੀਸ਼ੂ ਮਸੀਹ ਦਾ ਆਤਮਾ ਹੈ, ਕਿਉਂਕਿ ਪਵਿੱਤਰ ਆਤਮਾ ਨੂੰ ਪਰਮੇਸ਼ਰ ਪਿਤਾ ਦਾ ਆਤਮਾ ਦੇ ਰੂਪ ਵਿੱਚ ਸੰਬੋਧਿਤ ਕੀਤਾ ਗਿਆ ਹੈ। ਮਤੀ 10:20 ਵਿੱਚ ਯੀਸ਼ੂ ਨੇ ਆਪਣੇ ਆਪ ਨੂੰ ਆਖਿਆ, ਬੋਲਣ ਵਾਲੇ ਤੁਸੀਂ ਤਾਂ ਨਹੀਂ, ਪਰ ਤੁਹਾਡੇ ਪਿਤਾ ਦਾ ਆਤਮਾ ਜੋ ਤੁਹਾਡੇ ਵਿੱਚ ਗੱਲ ਕਰਦਾ ਹੈ। ਮੇਰੇ ਦੁਆਰਾ ਹੁਣ ਕੌਣ ਬੋਲ ਰਿਹਾ ਹੈ? ਤੁਸੀਂ ਜਾਣਦੇ ਹੋ, ਤੁਸੀਂ ਮੇਰੇ ਪਿਤਾ ਦਾ ਆਤਮਾ ਜਾਣਦੇ ਹੋ। ਇਹ ਸੰਦੇਸ਼ ਦੇਣ ਤੋਂ ਪਹਿਲਾਂ, ਇਸ ਤੋਂ ਪਹਿਲਾਂ ਵੀ ਮੈਂ ਆਪਣਾ ਹੀ ਸੰਦੇਸ਼ ਦੇਣ ਦਾ ਯਤਨ ਕਰਦਾ ਸੀ। ਜਿਸ ਨੇ ਵੀ ਪਹਿਲਾ ਸੰਦੇਸ਼ ਦਿੱਤਾ ਹੋਵੇਗਾ ਉਹ ਜਾਣਦਾ ਹੈ ਇਹ ਭਿਆਨਕ ਤੇ ਬਹੁਤ ਭਿਆਨਕ ਹੈ, ਬਹੁਤ ਭਿਆਨਕ ਹੈ। ਮੈਂ ਸੰਦੇਸ਼ ਨਹੀਂ ਦੇ ਸਕਦਾ। ਪਰ ਫਿਰ ਅਚਾਨਕ ਕੀ ਹੋ ਸਕਦਾ ਹੈ? ਮੇਰੇ ਪਿਤਾ ਦਾ ਆਤਮਾ ਮੇਰੇ ਤੇ ਆ ਜਾਂਦਾ ਹੈ ਅਤੇ ਮੈਂ ਪਰਮੇਸ਼ਰ ਦਾ ਵਚਨ ਬੋਲਣ ਲੱਗਦਾ ਹਾਂ। ਮੈਂ ਉਸ ਨੂੰ ਪਿਆਰ ਕਰਦਾ ਹਾਂ। ਉਹ ਬਹੁਤ ਵਿਲੱਖਣ ਹੈ। ਉਸਨੇ ਕਦੇ ਨਹੀਂ ਹੋਣ ਦਿੱਤਾ। ਉਸਨੇ ਕਦੇ ਨਹੀਂ ਹੋਣ ਦਿੱਤਾ। ਉਸਨੇ ਕਦੇ ਨਹੀਂ ਮੈਨੂੰ ਛੱਡਿਆ, ਨਾ ਤਿਆਗਿਆ ਹੈ। ਉਹ ਪਰਮੇਸ਼ਰ ਪੁੱਤਰ ਦਾ ਆਤਮਾ ਹੈ। ਮੈਂ ਆਖਿਆ ਉਹ ਪਰਮੇਸ਼ਰ ਪੁੱਤਰ ਦਾ ਆਤਮਾ ਹੈ। ਫਿਲਿੱਪੀਆਂ 1:19 ਕਿਉਂ ਜੋ ਮੈਂ ਇਸ ਗੱਲ ਦੇ ਵਿੱਚ ਆਨੰਦ ਹਾਂ ਕਿ ਤੁਹਾਡੀ ਬੇਨਤੀ ਤੋਂ ਅਤੇ ਯੀਸ਼ੂ ਮਸੀਹ ਦੇ ਆਤਮਾ ਦੀ ਸਹਾਇਤਾ ਤੋਂ ਇਹ ਮੇਰੀ ਮੁਕਤੀ ਦੇ ਲਈ ਨਿਕਲੇਗਾ। ਤਿੰਨੇ ਇਕੱਠੇ ਕਿਵੇਂ ਕੰਮ ਕਰਦੇ ਹਨ? ਠੀਕ ਹੈ, ਪਹਿਲਾ ਕੁਰਿੰਥੀਆਂ 12:5-7 ਸਾਨੂੰ ਇਸ ਨੂੰ ਸਮਝਣ ਵਿੱਚ ਮਦਦ ਕਰਦਾ ਹੈ। ਅਸੀਂ ਪੜ੍ਹਦੇ ਹਾਂ ਅਤੇ ਪ੍ਰਭਾਵਸ਼ਾਲੀ ਕੰਮ ਕਈ ਤਰ੍ਹਾਂ ਦੇ ਹਨ, ਪਰ ਪਰਮੇਸ਼ਰ ਇੱਕ ਹੀ ਹੈ। ਸੇਵਾ ਅਨੇਕ ਪ੍ਰਕਾਰ ਦੀਆਂ ਹਨ, ਪਰ ਜਿਸ ਦੀ ਅਸੀਂ ਸੇਵਾ ਕਰਦੇ ਹਾਂ ਪ੍ਰਭੂ ਇੱਕ ਹੀ ਹੈ, ਪਰ ਸਭਨਾਂ ਦੇ ਲਾਭ ਲਈ ਇੱਕ ਨੂੰ ਦਿੱਤਾ ਜਾਂਦਾ ਹੈ। ਪਹਿਲਾ ਕੁਰਿੰਥੀਆਂ 12:5-7 ਤਾਂ ਤੁਸੀਂ ਵੇਖ ਸਕਦੇ ਹੋ ਕਿ ਇਹ ਸਾਨੂੰ ਕੀ ਵਿਖਾਉਂਦਾ ਹੈ। ਇਹ ਸਾਨੂੰ ਇੱਕ ਗੱਲ ਦੀ ਸਮਝ ਦਿੰਦਾ ਹੈ ਕਿ ਤਿੰਨਾਂ ਨੂੰ ਕਿਸ ਤਰ੍ਹਾਂ ਇਕੱਠੇ ਕੰਮ ਕਰਦੇ ਹਨ। ਸਾਡੇ ਕੋਲ ਪਿਤਾ ਹੈ ਜੋ ਕੰਮ ਕਰਦਾ ਹੈ, ਠੀਕ? ਇਹੀ ਗੱਲ 6 ਆਇਤ ਦੱਸਦੀ ਹੈ। ਉਹ ਪਹਿਲ ਕਰਦਾ ਹੈ। ਸਾਡੇ ਕੋਲ ਪੁੱਤਰ ਹੈ ਜੋ ਕੰਮ ਕਰਦਾ ਹੈ ਤੇ ਪਵਿੱਤਰ ਆਤਮਾ ਭਿੰਨ-ਭਿੰਨ ਰੂਪ ਵਿੱਚ ਪ੍ਰਗਟ ਹੁੰਦਾ ਹੈ। ਹੁਣ ਚੰਗੀ ਤਰ੍ਹਾਂ ਸਮਝ ਦੇ ਲਈ ਸੋਚ ਲਓ ਕਿ ਅਸੀਂ ਇੱਕ ਮਕਾਨ ਬਣਾ ਰਹੇ ਹਾਂ, ਠੀਕ? ਜਦੋਂ ਅਸੀਂ ਮਕਾਨ ਬਣਾਉਣ ਲੱਗਦੇ ਹਾਂ ਤਾਂ ਕੀ ਹੁੰਦਾ ਹੈ? ਤੁਹਾਡੇ ਕੋਲ ਚਿੱਤਰਕਾਰ ਹਨ, ਇੱਕ ਦੇਖਭਾਲ ਕਰਨ ਵਾਲਾ, ਅਸਲ ਵਿੱਚ ਘਰ ਬਣਾਉਣ ਵਾਲਾ, ਮਜ਼ਦੂਰ, ਠੇਕੇਦਾਰ, ਠੀਕ? ਇਸ ਉਦਾਹਰਣ ਵਿੱਚ ਇਹ ਢੁਕਵਾਂ ਨਹੀਂ ਹੈ, ਪਰ ਸਮਝ ਆਉਂਦਾ ਹੈ ਪਰਮੇਸ਼ਰ ਪਿਤਾ ਚਿੱਤਰਕਾਰ ਹੈ, ਯੀਸ਼ੂ ਸੰਚਾਲਕ ਹੈ ਤੇ ਪਵਿੱਤਰ ਆਤਮਾ ਕਾਰੀਗਰ ਜੋ ਅਸਲ ਵਿੱਚ ਮਕਾਨ ਬਣਾਉਂਦਾ ਹੈ। ਉਹ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਹੈ। ਤੁਸੀਂ ਮੇਰੇ ਨਾਲ ਹੀ ਹੋ। ਪਰ ਜੇ ਮੈਂ ਪਰਮੇਸ਼ਰ ਦੇ ਆਤਮਾ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹਾਂ ਤਾਂ ਪਰਮੇਸ਼ਰ ਦਾ ਰਾਜ ਤੁਹਾਡੇ ਉੱਤੇ ਆ ਪਹੁੰਚਿਆ ਹੈ। ਮਤੀ 12:28 ਤੁਸੀਂ ਸੁਣਿਆ? ਮੈਂ ਭੂਤਾਂ ਨੂੰ ਪਰਮੇਸ਼ਰ ਦੀ ਆਤਮਾ ਦੀ ਸ਼ਕਤੀ ਨਾਲ ਕੱਢਦਾ ਹਾਂ। ਪਰ ਲੂਕਾ ਦੀ ਅੰਜੀਲ ਵਿੱਚ ਇਸ ਤਰ੍ਹਾਂ ਲਿਖਿਆ ਹੈ, ਪਰ ਜੇ ਮੈਂ ਪਰਮੇਸ਼ਰ ਦੀ ਉਂਗਲ ਨਾਲ
ਨਾਲ ਭੂਤਾਂ ਨੂੰ ਕੱਢਦਾ ਹਾਂ। ਲੂਕਾ 11 ਦੀ 20 ਨਿਊ ਕਿੰਗ ਜੇਮਸ ਵਰਜ਼ਨ। ਬਿਲਕੁਲ ਇੱਕ ਹੀ ਸਥਿਤੀ ਹੈ। ਮਤੀ ਲਿਖਦਾ ਹੈ ਪਰਮੇਸ਼ਰ ਦਾ ਆਤਮਾ, ਲੂਕਾ ਲਿਖਦਾ ਹੈ ਪਰਮੇਸ਼ਰ ਦੀ ਉਂਗਲੀ। ਤਾਂ ਪਵਿੱਤਰ ਆਤਮਾ ਪਰਮੇਸ਼ਰ ਦੀ ਉਂਗਲੀ ਹੈ। ਇੱਥੇ ਤੁਹਾਨੂੰ ਕੁਝ ਹੋਰ ਵੀ ਸਮਝਣ ਦੀ ਲੋੜ ਹੈ। ਯੂਨਾਨੀ ਹਮੇਸ਼ਾ ਸਥਿਤੀਆਂ ਤੇ ਹਾਲਾਤਾਂ ਦੇ ਅਨੁਸਾਰ ਲਿਖਦੇ ਹਨ। ਤੁਹਾਡੇ ਕੋਲ ਉਹਨਾਂ ਦੀ ਸਥਿਤੀ ਤੇ ਉਸ ਸਥਿਤੀ ਅਨੁਸਾਰ ਚੱਲਦੇ ਹਨ। ਇਬਰਾਨੀ ਲੇਖਕ ਹਮੇਸ਼ਾ ਕੰਮ ਦੇ ਅਨੁਸਾਰ ਲਿਖਦੇ ਹਨ, ਇਸ ਲਈ ਉਹ ਅਸਲ ਵਿੱਚ ਉਂਗਲੀ ਨਹੀਂ ਹੈ। ਇਹ ਇਸ ਤਰ੍ਹਾਂ ਹੈ, ਜੇਕਰ ਮੈਂ ਤੁਹਾਨੂੰ ਦੱਸਣਾ ਚਾਹਾਂ ਕਿ ਪਵਿੱਤਰ ਆਤਮਾ ਕਿਹੋ ਜਿਹਾ ਹੈ। ਮੇਰਾ ਦਿਮਾਗ ਜੋ ਕੰਮ ਕਰਨਾ ਚਾਹੁੰਦਾ ਹੈ ਉਹ ਕੰਮ ਮੇਰੇ ਹੱਥ ਕਰਦੇ ਹਨ। ਉਸ ਨੂੰ ਪਰਮੇਸ਼ਰ ਦੀ ਉਂਗਲੀ, ਪਰਮੇਸ਼ਰ ਦਾ ਹੱਥ, ਪਰਮੇਸ਼ਰ ਦੀ ਬਾਂਹ ਦੇ ਰੂਪ ਵਿੱਚ ਪ੍ਰਗਟ ਕੀਤਾ ਗਿਆ ਹੈ। ਉਸ ਨੇ ਉਹਨਾਂ ਨੂੰ ਆਪਣੇ ਸ਼ਕਤੀਸ਼ਾਲੀ ਹੱਥ ਅਤੇ ਵੱਡੀ ਬਾਂਹ ਨਾਲ ਬਣਾਇਆ ਹੈ। ਉਸ ਨੇ ਉਹਨਾਂ ਨੂੰ ਆਪਣੇ ਆਤਮਾ ਨਾਲ ਬਣਾਇਆ ਹੈ। ਜੇ ਅਸੀਂ ਜ਼ਬੂਰ 8:3 ਨੂੰ ਵੇਖੀਏ, ਜਦ ਮੈਂ ਤੇਰੇ ਆਕਾਸ਼ ਨੂੰ ਵੇਖਦਾ ਹਾਂ ਜਿਹੜਾ ਤੇਰੀ ਦਸਤਕਾਰੀ ਹੈ, ਤੇ ਨਾਲੇ ਚੰਦ ਅਤੇ ਤਾਰਿਆਂ ਨੂੰ ਜਿਹੜੇ ਤੈਂ ਕਾਇਮ ਕੀਤੇ ਹਨ, ਤਾਂ ਪਵਿੱਤਰ ਆਤਮਾ ਹੀ ਹੈ ਜਿਸ ਨੇ ਤਾਰਿਆਂ ਨੂੰ ਉਹਨਾਂ ਦੀ ਜਮਾਤ ਵਿੱਚ ਰੱਖਿਆ ਹੈ ਤੇ ਉਸ ਨੇ ਚੰਦਰਮਾ ਤੇ ਧਰਤੀ ਨੂੰ ਉਹਨਾਂ ਦੇ ਥਾਂ ਤੇ ਰੱਖਿਆ ਹੈ। ਉਹ ਕਿਉਂ ਆਖਦਾ ਹੈ ਜਿਹੜੀ ਤੇਰੀ ਦਸਤਕਾਰੀ ਹੈ ਤੇ ਨਾਲੇ ਚੰਦ ਤੇ ਨਾਲੇ ਤਾਰੇ ਵੀ, ਜਿਨ੍ਹਾਂ ਨੂੰ ਤੂੰ ਬਣਾਇਆ, ਉਹੀ ਹੈ ਜਿਸ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ। ਇਸ ਲਈ ਉਹ ਪਾਣੀ ਤੇ ਮੰਡਲਾਉਂਦਾ ਹੈ। ਚਿੱਤਰਕਾਰ ਦੇ ਕੰਮ ਕਰਨ ਤੇ ਪੁੱਤਰ ਦੇ ਸੰਚਾਲਨ ਕਰਨ ਦਾ ਇੰਤਜ਼ਾਰ ਕਰਦੇ ਹਨ, ਕਿਉਂਕਿ ਯੀਸ਼ੂ ਪਰਮੇਸ਼ਵਰ ਦਾ ਸ਼ਬਦ ਹੈ। ਇਸ ਲਈ ਜਦੋਂ ਚਾਨਣ ਹੋ ਜਾਵੇ ਇਹ ਆਖਿਆ ਗਿਆ, ਤਦ ਪਿਤਾ ਜੋ ਵੀ ਕਰਨ ਦੇ ਲਈ ਆਖ ਰਿਹਾ ਸੀ ਉਸ ਦਾ ਸੰਚਾਲਨ ਪੁੱਤਰ ਕਰ ਰਿਹਾ ਸੀ ਤੇ ਪਵਿੱਤਰ ਆਤਮਾ ਨੇ ਉਸ ਨੂੰ ਲਾਗੂ ਹੋਣ ਦਿੱਤਾ। ਮੈਨੂੰ ਇਹ ਬਹੁਤ ਚੰਗਾ ਲੱਗਦਾ ਹੈ। ਇਹ ਬਹੁਤ ਹੀ ਚੰਗਾ ਹੈ। ਮੇਰਾ ਮਤਲਬ ਹੈ ਪਵਿੱਤਰ ਆਤਮਾ ਦੇ ਵਿਸ਼ੇ ਵਿੱਚ ਮੈਨੂੰ ਸਭ ਤੋਂ ਜ਼ਿਆਦਾ ਚੰਗਾ ਲੱਗਣ ਵਾਲਾ ਇੱਕ ਹੀ ਵਚਨ ਹੈ, ਯਸ਼ਾਇਆ 40 ਦੀ 12। ਉਸ ਨੇ ਸਾਗਰ ਨੂੰ ਆਪਣੀਆਂ ਚੂਲੀਆਂ ਨਾਲ ਤੇ ਪਾਣੀ ਨੂੰ ਮਿਣਿਆ ਤੇ ਆਪਣੀਆਂ ਗਿੱਠਾਂ ਨਾਲ ਆਕਾਸ਼ ਨੂੰ ਮਾਪਿਆ। ਕਿੰਨੇ ਸ਼ਬਦ ਦੀ ਵੱਲ ਧਿਆਨ ਦਿਓ, ਕਿੰਨੇ ਆਪਣੀਆਂ ਚੂਲੀਆਂ ਨਾਲ ਪਾਣੀ ਨੂੰ ਮਿਣਿਆ। ਜਰਾ ਸੋਚੋ, ਉਸਨੇ ਪੂਰੇ ਸਮੁੰਦਰ ਨੂੰ ਆਪਣੀ ਚੂਲੀ ਵਿੱਚ ਭਰ ਲਿਆ। ਕਿੰਨੇ ਆਪਣੀਆਂ ਗਿੱਠਾਂ ਨਾਲ ਆਕਾਸ਼ ਨੂੰ ਮਾਪਿਆ। ਤੁਸੀਂ ਵੇਖਦੇ ਹੋ ਕਿ ਪਵਿੱਤਰ ਆਤਮਾ ਦਾ ਇੱਥੇ ਉਸ ਦੇ ਕੰਮ ਦੇ ਅਨੁਸਾਰ ਵਰਣਨ ਕੀਤਾ ਗਿਆ ਹੈ। ਕਿਸ ਨੇ ਧਰਤੀ ਦੀ ਧੂੜ ਨੂੰ ਟੋਪੇ ਵਿੱਚ ਭਰਿਆ, ਪਹਾੜਾਂ ਨੂੰ ਤੱਕੜੀਆਂ ਵਿੱਚ ਤੇ ਟਿੱਬਿਆਂ ਨੂੰ ਛਾਪਿਆਂ ਵਿੱਚ ਤੋਲਿਆ ਹੈ। ਪਰਮੇਸ਼ਰ ਦੇ ਆਤਮਾ ਨੂੰ ਕੌਣ ਸਲਾਹ ਦੇ ਸਕਦਾ ਹੈ? ਕਿਸ ਦੇ ਕੋਲ ਇੰਨਾ ਗਿਆਨ ਹੈ ਕਿ ਉਸ ਨੂੰ ਨਿਰਦੇਸ਼ ਦੇਵੇ ਜਾਂ ਸਿਖਾਵੇ? ਕੀ ਪਰਮੇਸ਼ਰ ਨੂੰ ਕਦੇ ਕਿਸੇ ਦੀ ਸਲਾਹ ਦੀ ਲੋੜ ਪਈ ਹੈ? ਕੀ ਉਸ ਦੇ ਲਈ ਚੰਗਾ ਕੀ ਹੈ ਇਸ ਦੇ ਵਿਸ਼ੇ ਵਿੱਚ ਨਿਰਦੇਸ਼ਾਂ ਦੀ ਲੋੜ ਪਈ ਹੈ? ਕਿ ਕਿਸੇ ਨੇ ਉਸ ਨੂੰ ਸਿਖਾਇਆ ਹੈ ਕਿ ਸਹੀ ਕੀ ਹੈ, ਜਾਂ ਫਿਰ ਨਿਆਂ ਦਾ ਮਾਰਗ ਸਿਖਾਇਆ ਹੈ? ਵੇਖੋ, ਜਗਤ ਦੀਆਂ ਸਾਰੀਆਂ ਕੌਮਾਂ ਡੋਲ ਵਿੱਚ ਇੱਕ ਤੁਬਕੇ ਵਰਗੀਆਂ ਹਨ। ਵੇਖੋ, ਤੱਕੜੀ ਵਿੱਚ ਤੋਲਿਆ ਜਾਵੇ ਤਾਂ ਸਾਰੀਆਂ ਕੌਮਾਂ ਸਿਰਫ ਧੂੜ ਹੀ ਹਨ। ਜੇਕਰ ਯਹੋਵਾ ਕੌਮਾਂ ਨੂੰ ਲੈ ਕੇ ਆਪਣੀ ਤੱਕੜੀ ਵਿੱਚ ਰੱਖ ਲਵੇ ਤਾਂ ਉਹ ਛੋਟੀ ਜਿਹੀ ਕਣੀ ਵਾਂਗੂ ਲੱਗਦੀਆਂ ਹਨ। ਯਸ਼ਾਇਆ 40 ਦੀ 12 ਤੋਂ 15। ਇਹ ਪਰਮੇਸ਼ਰ ਦਾ ਆਤਮਾ ਹੈ। ਕੀ ਤੁਸੀਂ ਵੇਖ ਸਕਦੇ ਹੋ ਉਹ ਕਿੰਨਾ ਸ਼ਕਤੀਸ਼ਾਲੀ ਹੈ? ਕੀ ਤੁਸੀਂ ਸਮਝ ਸਕਦੇ ਹੋ ਕਿੰਨਾ ਸ਼ਕਤੀਸ਼ਾਲੀ ਹੈ? ਯਾਦ ਕਰੋ, ਜਦੋਂ ਮੈਂ ਤੁਹਾਨੂੰ ਆਖਿਆ ਉਹ ਪਿਤਾ ਅਤੇ ਪੁੱਤਰ ਦੇ ਨਾਲ ਸਾਡੇ ਅੰਦਰ ਵਾਸ ਕਰਦਾ ਹੈ, ਉਹ ਸਾਨੂੰ ਸਾਡੇ ਮੂੰਹ ਪਰ ਸੁੱਟਦਾ ਹੈ। ਆਮੀਨ। ਮਨੁੱਖ ਦੀ ਰਚਨਾ ਦੇ ਵਿਖੇ ਵਿੱਚ ਆਖੀਏ ਤਾਂ ਉਤਪਤ 2 ਦੀ 7 ਵਿੱਚ ਯਹੋਵਾ ਪਰਮੇਸ਼ਰ ਨੇ ਆਦਮੀ ਨੂੰ ਜ਼ਮੀਨ ਦੀ ਮਿੱਟੀ ਤੋਂ ਰਚਿਆ। ਉਸ ਨੇ ਮਨੁੱਖ ਦੀਆਂ ਨਾਸਾਂ ਵਿੱਚ ਜੀਵਨ ਦਾ ਸਾਹ ਫੂਕਿਆ ਤੇ ਉਹ ਜਿਉਂਦਾ ਪ੍ਰਾਣੀ ਬਣ ਗਿਆ। ਇਹ ਕਿਸ ਨੇ ਕੀਤਾ? ਪਵਿੱਤਰ ਆਤਮਾ ਨੇ। ਮੈਂ ਕਿਵੇਂ ਜਾਣਦਾ ਹਾਂ? ਕਿਉਂਕਿ ਅਯੂਬ 33 ਦੀ 4 ਵਿੱਚ ਆਖਦਾ ਹੈ, ਪਰਮੇਸ਼ਰ ਦੇ ਆਤਮਾ ਨੇ ਮੈਨੂੰ ਸਾਜਿਆ, ਸਰਵ ਸ਼ਕਤੀਮਾਨ ਦੇ ਸਾਹ ਨੇ ਮੈਨੂੰ ਜੀਵਨ ਦਿੱਤਾ। ਇਹ ਉਹੀ ਹੈ ਜਿਸ ਨੇ ਆਦਮੀ ਦੀਆਂ ਨਾਸਾਂ ਵਿੱਚ ਸਾਹ ਫੂਕਿਆ। ਤੇ ਸਿਰਫ ਆਦਮ ਹੀ ਨਹੀਂ, ਸਗੋਂ ਸਾਨੂੰ ਸਾਰਿਆਂ ਨੂੰ ਵੀ ਬਣਾਇਆ, ਕਿਉਂਕਿ ਜ਼ਬੂਰ 139 ਦੀ 13 ਵਿੱਚ ਆਖਿਆ ਗਿਆ ਹੈ ਕਿ ਤੂੰ ਮੈਨੂੰ ਮੇਰੀ ਮਾਂ ਦੀ ਕੁੱਖ ਵਿੱਚ ਰਚਿਆ। ਤੂੰ ਮੈਨੂੰ ਮੇਰੀ ਮਾਂ ਦੀ ਕੁੱਖ ਵਿੱਚ ਰਚਿਆ। NKJV। ਹਕੀਕਤ ਵਿੱਚ ਅਸੀਂ ਜੋ ਕੁਝ ਵੇਖਦੇ ਹਾਂ ਉਹ ਸਭ ਪਰਮੇਸ਼ਰ ਨੇ ਬਣਾਇਆ ਹੈ। ਕਹਾਵਤਾਂ 26 ਦੀ 10 ਵਿੱਚ ਲਿਖਿਆ ਹੈ, ਜਿਸ ਮਹਾਨ ਪਰਮੇਸ਼ਰ ਨੇ ਸਭ ਕੁਝ ਬਣਾਇਆ ਹੈ। NKJV ਅਨੁਸਾਰ ਇਹ ਉਹੀ ਹੈ ਜਿਸ ਨੇ ਪਿਤਾ ਦੀ ਸਿਰਜਣਹਾਰ ਇੱਛਾ ਨੂੰ ਆਕਾਰ ਦਿੱਤਾ। ਇਸ ਲਈ ਪਵਿੱਤਰ ਆਤਮਾ ਪਰਮੇਸ਼ਰ ਹੈ। ਉਸ ਨੂੰ ਕਿਵੇਂ ਪੇਸ਼ ਕੀਤਾ ਗਿਆ ਹੈ? ਪਰਮੇਸ਼ਰ ਦੇ ਵਚਨ ਵਿੱਚ ਉਸ ਦੇ ਨਾਮ ਕਿਸ ਰੂਪ ਨਾਲ ਪ੍ਰਗਟ ਕੀਤੇ ਗਏ ਹਨ? ਪਵਿੱਤਰ ਬਾਈਬਲ ਵਿੱਚ 96 ਵਾਰ ਪਵਿੱਤਰ ਆਤਮਾ ਕਿਹਾ ਗਿਆ ਹੈ। ਉਸ ਨੂੰ 28 ਵਾਰ ਪ੍ਰਭੂ ਦਾ ਆਤਮਾ ਕਿਹਾ ਗਿਆ ਹੈ। ਉਸ ਨੂੰ 26 ਵਾਰ ਪਰਮੇਸ਼ਰ ਦਾ ਆਤਮਾ ਕਿਹਾ ਗਿਆ ਹੈ। ਉਸ ਨੂੰ ਸਦੀਪ ਕਾਲ ਦਾ ਆਤਮਾ ਕਿਹਾ ਗਿਆ ਹੈ। ਉਸ ਨੂੰ ਮਦਦਗਾਰ ਕਿਹਾ ਗਿਆ ਹੈ। ਉਸ ਨੂੰ ਸ਼ਾਂਤੀ ਦੇਣ ਵਾਲਾ ਕਿਹਾ ਗਿਆ ਹੈ। ਉਸ ਨੂੰ ਪਵਿੱਤਰ ਕਿਹਾ ਗਿਆ ਹੈ। ਉਸ ਨੂੰ ਪ੍ਰਭੂ ਕਿਹਾ ਗਿਆ ਹੈ। ਉਸ ਨੂੰ ਸੱਚਾਈ ਦਾ ਆਤਮਾ ਕਿਹਾ ਗਿਆ ਹੈ। ਉਸ ਨੂੰ ਮਸੀਹ ਦਾ ਆਤਮਾ, ਪ੍ਰਧਾਨਤਾ ਦਾ ਆਤਮਾ, ਪਿਤਾ ਦਾ ਆਤਮਾ, ਪਰਮੇਸ਼ਰ ਦੇ ਭੈ ਦਾ ਆਤਮਾ ਕਿਹਾ ਗਿਆ ਹੈ। ਮਹਿਮਾ ਦਾ ਆਤਮਾ, ਕਿਰਪਾ ਦਾ ਆਤਮਾ ਕਿਹਾ ਗਿਆ ਹੈ। ਉਸ ਨੂੰ ਯੀਸ਼ੂ ਮਸੀਹ ਦਾ ਆਤਮਾ, ਨਿਆਂ ਦਾ ਆਤਮਾ, ਈਰਖਾ ਦਾ ਆਤਮਾ, ਗਿਆਨ ਦਾ ਆਤਮਾ ਆਖਿਆ ਗਿਆ ਹੈ। ਜੀਵਨ ਦਾ ਆਤਮਾ, ਪਿਆਰ ਦਾ ਆਤਮਾ, ਸਮਰੱਥ ਦਾ ਆਤਮਾ, ਸ਼ਕਤੀ ਦਾ ਆਤਮਾ, ਭਵਿੱਖ
ਭਵਿੱਖਬਾਣੀ ਦਾ ਆਤਮਾ, ਪ੍ਰਕਾਸ਼ਨ ਦਾ ਆਤਮਾ, ਸ਼ਰਧਾ ਦਾ ਆਤਮਾ, ਸਮਝ ਦਾ ਆਤਮਾ, ਗਿਆਨ ਦਾ ਆਤਮਾ, ਪਵਿੱਤਰਤਾਈ। ਮੈਨੂੰ ਇਹ ਬਹੁਤ ਹੀ ਚੰਗਾ ਲੱਗਦਾ ਹੈ। ਪਵਿੱਤਰ ਪਰਮੇਸ਼ਰ ਦਾ ਆਤਮਾ। ਯੀਸ਼ੂ ਪਵਿੱਤਰ ਆਤਮਾ ਤੇ ਨਿਰਭਰ ਰਿਹਾ। ਉਹ ਆਤਮਾ ਦੇ ਦੁਆਰਾ ਗਰਭ ਵਿੱਚ ਪਿਆ। ਪਵਿੱਤਰ ਆਤਮਾ ਉਸ ਨੂੰ ਸਿਖਾਉਂਦਾ ਸੀ। ਉਹ ਪਵਿੱਤਰ ਆਤਮਾ ਦੁਆਰਾ ਸ਼ਕਤੀ ਪ੍ਰਾਪਤ ਕਰਦਾ ਸੀ। ਜਰਦਨ ਨਦੀ ਵਿੱਚ ਆਤਮਾ ਨਾਲ ਬਪਤਿਸਮਾ ਹੋਣ ਤੱਕ ਉਸਨੇ ਇੱਕ ਵੀ ਚਮਤਕਾਰ ਨਹੀਂ ਕੀਤਾ, ਕਿਉਂਕਿ ਯਹੂਨਾ ਦੀ ਅੰਜੀਲ ਵਿੱਚ ਕਿਹਾ ਗਿਆ ਹੈ ਕਿ ਉਸਨੇ ਪਹਿਲਾ ਚਮਤਕਾਰ ਗਲੀਲ ਦੇ ਕਾਨਾ ਵਿੱਚ ਕੀਤਾ ਸੀ। ਉਸ ਦਾ ਬਪਤਿਸਮਾ ਹੋਣ ਦੇ ਬਾਅਦ ਆਤਮਾ ਉਸ ਉੱਤੇ ਉਤਰ ਆਇਆ। ਆਤਮਾ ਨੇ ਉਸ ਦੀ ਅਗਵਾਈ ਕੀਤੀ। ਉਸਨੇ ਸਿਰਫ ਉਹੀ ਬੋਲਿਆ ਜੋ ਉਸਨੇ ਆਤਮਾ ਨੂੰ ਬੋਲਦੇ ਸੁਣਿਆ। ਯਹੂਨਾ 14:10 ਵਿੱਚ ਯੀਸ਼ੂ ਨੇ ਕਿਹਾ, ਇਹ ਗੱਲਾਂ ਜੋ ਮੈਂ ਤੁਹਾਨੂੰ ਆਖਦਾ ਹਾਂ ਆਪ ਤੋਂ ਨਹੀਂ ਆਖਦਾ, ਪਰ ਪਿਤਾ ਮੇਰੇ ਵਿੱਚ ਰਹਿੰਦਿਆਂ ਆਪਣੇ ਕੰਮ ਕਰਦਾ ਹੈ। ਧਿਆਨ ਦਿਓ, ਯੀਸ਼ੂ ਨਹੀਂ ਆਖਦਾ ਪਿਤਾ ਜੋ ਸਵਰਗ ਵਿੱਚ ਰਹਿੰਦਾ ਹੈ। ਉਸਨੇ ਆਖਿਆ ਪਿਤਾ ਜੋ ਮੇਰੇ ਵਿੱਚ ਰਹਿੰਦਾ ਹੈ। ਜੌਨ, ਇੱਕ ਮਿੰਟ ਰੁਕ ਜਾਓ। ਤੁਹਾਡਾ ਮਤਲਬ ਹੈ ਕਿ ਉਹ ਪਵਿੱਤਰ ਆਤਮਾ ਨੂੰ ਪਿਤਾ ਆਖ ਰਿਹਾ ਹੈ? ਕਿਉਂ ਨਹੀਂ ਕਹੇਗਾ? ਉਹ ਸਵਰਗ ਦੂਤਾਂ ਨੇ ਯੂਸਫ ਨੂੰ ਕੀ ਕਿਹਾ? ਵੇਖੋ, ਮਰੀਮ ਨੂੰ ਪਤਨੀ ਬਣਾਉਣ ਤੋਂ ਨਾ ਡਰ, ਕਿਉਂਕਿ ਜਿਹੜਾ ਉਹਦੀ ਕੁੱਖ ਵਿੱਚ ਆਇਆ ਹੈ ਉਹ ਪਵਿੱਤਰ ਆਤਮਾ ਤੋਂ ਹੈ। ਮੱਤੀ 1:20। ਫਿਰ ਉਸ ਨੂੰ ਮੇਰੇ ਪਿਤਾ ਦਾ ਆਤਮਾ ਕਿਉਂ ਨਾ ਕਹੇਗਾ? ਯੀਸ਼ੂ ਜਦੋਂ ਧਰਤੀ ਤੇ ਸੀ ਤਦ ਯੀਸ਼ੂ ਅਤੇ ਪਵਿੱਤਰ ਆਤਮਾ ਦੋਵੇਂ ਇੱਕ ਦੂਜੇ ਨਾਲ ਹੋ ਕੇ ਕੰਮ ਕਰ ਰਹੇ ਸਨ। ਹਕੀਕਤ ਵਿੱਚ ਯੀਸ਼ੂ ਨੇ ਇਹ ਵੀ ਆਖਿਆ, ਪੁੱਤਰ ਆਪਣੇ ਆਪ ਕੁਝ ਨਹੀਂ ਕਰ ਸਕਦਾ। ਜੇ ਯੀਸ਼ੂ ਨੂੰ ਆਪਣਾ ਕੰਮ, ਪਰਮੇਸ਼ਵਰ ਦੁਆਰਾ ਦਿੱਤਾ ਗਿਆ ਕੰਮ ਪੂਰਾ ਕਰਨ ਦੇ ਲਈ ਪਵਿੱਤਰ ਆਤਮਾ ਦੀ ਮਦਦ ਦੀ ਲੋੜ ਸੀ, ਤਾਂ ਸਾਨੂੰ ਆਪਣਾ ਕੰਮ ਪੂਰਾ ਕਰਨ ਦੇ ਲਈ ਪਵਿੱਤਰ ਆਤਮਾ ਦੀ ਸ਼ਕਤੀ ਦੀ ਕਿੰਨੀ ਜ਼ਿਆਦਾ ਲੋੜ ਹੈ। ਪਵਿੱਤਰ ਆਤਮਾ ਨੂੰ ਯੀਸ਼ੂ ਤੋਂ ਬਿਹਤਰ ਹੋਰ ਕੋਈ ਨਹੀਂ ਜਾਣਦਾ। ਉਹ ਤ੍ਰਿਏਕ ਵਿੱਚ ਅਦੁੱਤ ਸ਼ਖਸੀਅਤ ਨਾਲ ਕਿਵੇਂ ਗੱਲ ਕਰਨੀ ਚਾਹੀਦੀ ਹੈ, ਇਹ ਸਮਝਣ ਦੇ ਲਈ ਸਾਨੂੰ ਯੀਸ਼ੂ ਦੀ ਵੱਲ ਵੇਖਣਾ ਜ਼ਰੂਰੀ ਹੈ। ਯੀਸ਼ੂ ਯਹੂਨਾ 14 ਵਿੱਚ ਆਖਦਾ ਹੈ, ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਮੇਰੀਆਂ ਆਗਿਆਵਾਂ ਨੂੰ ਮੰਨੋਗੇ, ਅਤੇ ਮੈਂ ਪਿਤਾ ਅੱਗੇ ਬੇਨਤੀ ਕਰਾਂਗਾ ਕਿ ਉਹ ਤੁਹਾਨੂੰ ਇੱਕ ਸਹਾਇਕ ਦੇਵੇਗਾ। ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਮੇਰੀਆਂ ਆਗਿਆਵਾਂ ਨੂੰ ਮੰਨੋਗੇ, ਤੇ ਮੈਂ ਪਿਤਾ ਅੱਗੇ ਬੇਨਤੀ ਕਰਾਂਗਾ ਤੇ ਉਹ ਤੁਹਾਨੂੰ ਇੱਕ ਸਹਾਇਕ ਦੇਵੇਗਾ। ਯਹੂਨਾ 14:15-18। ਉਹ ਸਦਾ ਤੁਹਾਡੇ ਨਾਲ ਰਹੇ, ਅਰਥਾਤ ਸੱਚਾਈ ਦਾ ਆਤਮਾ, ਜਿਹਨੂੰ ਜਗਤ ਪਾ ਨਹੀਂ ਸਕਦਾ, ਕਿਉਂ ਜੋ ਉਹ ਉਸ ਨੂੰ ਜਾਣਦਾ ਹੈ, ਕਿਉਂ ਜੋ ਉਹ ਉਸ ਨੂੰ ਵੇਖਦਾ ਨਹੀਂ, ਨਾ ਉਸ ਨੂੰ ਜਾਣਦਾ ਹੈ। ਤੁਸੀਂ ਉਸ ਨੂੰ ਜਾਣਦੇ ਹੋ ਕਿਉਂਕਿ ਉਹ ਤੁਹਾਡੇ ਸੰਗ ਰਹਿੰਦਾ ਹੈ ਤੇ ਤੁਹਾਡੇ ਵਿੱਚ ਹੋਵੇਗਾ। ਮੈਂ ਤੁਹਾਨੂੰ ਅਨਾਥ ਨਾ ਛੱਡਾਂਗਾ, ਮੈਂ ਤੁਹਾਡੇ ਕੋਲ ਆਵਾਂਗਾ। ਯਹੂਨਾ 14:15-18। ਕੀ ਇਹ ਅਦਭੁਤ ਨਹੀਂ ਹੈ? ਉਹ ਪਵਿੱਤਰ ਆਤਮਾ ਦੇ ਵਿਸ਼ੇ ਵਿੱਚ ਬੋਲਣ ਤੇ ਉਸ ਦੀ ਆਗਿਆ ਦਾ ਪਾਲਣ ਕਰਨ ਨੂੰ ਵੀ ਨਾਲ ਜੋੜਦਾ ਹੈ। ਉਸ ਦੀ ਹਕੂਮਤ, ਉਸ ਦਾ ਵਚਨ। ਅਦਭੁਤ ਕੀ ਹੈ ਜੋ ਪਤਰਸ ਰਸੂਲਾਂ ਦੇ ਕਰਤੱਵ 5:32 ਵਿੱਚ ਆਖਦਾ ਹੈ, ਅਸੀਂ ਇਹਨਾਂ ਸਾਰੀਆਂ ਗੱਲਾਂ ਦੇ ਗਵਾਹ ਹਾਂ। ਤਿਵੇਂ ਹੀ ਉਹ ਪਵਿੱਤਰ ਆਤਮਾ ਵੀ ਹੈ ਜੋ ਪਰਮੇਸ਼ਰ ਨੇ ਉਹਨਾਂ ਨੂੰ ਦਿੱਤਾ ਹੈ, ਜਿਹੜੇ ਉਸ ਦੀ ਆਗਿਆ ਦਾ ਪਾਲਣ ਕਰਦੇ ਹਨ। ਇਸ ਦੇ ਬਾਰੇ ਕੋਈ ਗੱਲ ਕਿਉਂ ਨਹੀਂ ਕਰਦੇ? ਪਰਮੇਸ਼ਰ ਪਵਿੱਤਰ ਆਤਮਾ ਉਹਨਾਂ ਨੂੰ ਦਿੰਦਾ ਹੈ ਜੋ ਉਸ ਦੀ ਆਗਿਆ ਦਾ ਪਾਲਣ ਕਰਦੇ ਹਨ। ਧਿਆਨ ਦਿਓ, ਯੀਸ਼ੂ ਨੇ ਕਿਹਾ, ਮੈਂ ਤੁਹਾਡੇ ਲਈ ਦੂਜਾ ਸਹਾਇਕ ਘੱਲਦਾ ਹਾਂ। ਦੂਜਾ, ਇਸ ਸ਼ਬਦ ਦੀ ਵੱਲ ਧਿਆਨ ਦਿਓ। ਦੋ ਯੂਨਾਨੀ ਸ਼ਬਦ ਹਨ ਜਿਨ੍ਹਾਂ ਤੋਂ ਦੂਜਾ ਸ਼ਬਦ ਦੀ ਵਿਆਖਿਆ ਕੀਤੀ ਗਈ ਹੈ। ਦੋ ਯੂਨਾਨੀ ਸ਼ਬਦ ਹਨ, ਹੈਟਰੋਸ ਤੇ ਇਲੋਸ। ਹੈਟਰੋਸ ਦਾ ਅਰਥ ਹੈ ਭਿੰਨ ਪ੍ਰਕਾਰ ਦਾ ਦੂਜਾ। ਇਲੋਸ ਦਾ ਅਰਥ ਹੈ ਇੱਕ ਹੀ ਪ੍ਰਕਾਰ ਦਾ ਦੂਜਾ। ਸਾਨੂੰ ਪ੍ਰਸ਼ਨ ਪੁੱਛਣਾ ਚਾਹੀਦਾ ਹੈ, ਯੀਸ਼ੂ ਇੱਥੇ ਕਿਸ ਦੇ ਵਿਸ਼ੇ ਵਿੱਚ ਗੱਲ ਕਰ ਰਿਹਾ ਹੈ? ਮੈਂ ਜਾਣਨਾ ਚਾਹੁੰਦਾ ਹਾਂ, ਤੁਹਾਨੂੰ ਸਮਝ ਆ ਗਿਆ ਹੈ? ਡੇਵਿਡ, ਇੱਥੇ ਉੱਤੇ ਆ ਜਾਓ। ਤਾਂ ਇਹ ਡੇਵਿਡ ਹੈ। ਜੇ ਮੈਂ ਡੇਵਿਡ ਨੂੰ ਸੇਬ ਦਿੰਦਾ ਹਾਂ ਤਾਂ ਡੇਵਿਡ ਇਸ ਨੂੰ ਖਾ ਲੈਂਦਾ ਹੈ ਤੇ ਉਸ ਨੂੰ ਆਖਦਾ ਕਿ ਡੇਵਿਡ ਤੁਹਾਨੂੰ ਇੱਕ ਹੋਰ ਚਾਹੀਦਾ ਹੈ। ਜੇਕਰ ਮੈਂ ਉਸ ਨੂੰ ਸੰਤਰਾ ਦਿੰਦਾ ਹਾਂ ਜਾਂ ਉਸ ਨੂੰ ਕੋਈ ਹੋਰ ਫਲ ਦਿੰਦਾ ਹਾਂ ਤੇ ਉਹ ਫਲ ਭਿੰਨ ਪ੍ਰਕਾਰ ਦਾ ਹੋਵੇਗਾ। ਜੇਕਰ ਮੈਂ ਉਸ ਨੂੰ ਇੱਕ ਹੋਰ ਸੇਬ ਦਿੰਦਾ ਹਾਂ ਤਾਂ ਇੱਕ ਹੀ ਪ੍ਰਕਾਰ ਦਾ ਦੂਜਾ ਫਲ ਹੋ ਗਿਆ। ਸੰਤਰਾ ਹੈਟਰਿਸ ਹੋਵੇਗਾ, ਸੇਬ ਅਲੋਸ ਹੋਵੇਗਾ। ਯੀਸ਼ੂ ਕਿਹੜਾ ਸ਼ਬਦ ਪ੍ਰਯੋਗ ਕਰਦੇ ਹਨ? ਉਹ ਇਲੋਸ ਸ਼ਬਦ ਦਾ ਪ੍ਰਯੋਗ ਕਰਦੇ ਹਨ। ਉਹ ਆਖ ਰਿਹਾ ਹੈ ਪਵਿੱਤਰ ਆਤਮਾ ਬਿਲਕੁਲ ਮੇਰੇ ਵਰਗਾ ਹੋਵੇਗਾ, ਮੇਰੇ ਵਾਂਗੂ। ਉਹ ਕਹਿੰਦਾ ਹੈ ਦੂਜਾ ਮਦਦਗਾਰ ਹੋਵੇਗਾ। ਬੋਲੋ, ਮਦਦਗਾਰ। ਯੂਨਾਨੀ ਸ਼ਬਦ ਹੈ ਪੈਰਾਕਲੀਟੋਸ। ਅਦਭੁਤ ਗੱਲ ਹੈ ਕਿ ਯਹੂਨਾ 2 ਵਿੱਚ ਪਿਤਾ ਦੇ ਕੋਲ ਸਾਡਾ ਇੱਕ ਮਦਦਗਾਰ ਹੈ। ਇਸ ਨੂੰ ਦੱਸਣ ਦੇ ਲਈ ਇਸੇ ਸ਼ਬਦ ਦਾ ਪ੍ਰਯੋਗ ਕੀਤਾ ਗਿਆ ਹੈ। ਇਹ ਹਕੀਕਤ ਵਿੱਚ ਉਹ ਸ਼ਬਦ ਹੈ ਜੋ ਯੀਸ਼ੂ ਦੇ ਪੈਰਾਕਲੀਟੋਸ ਕੰਮ ਨੂੰ ਪ੍ਰਗਟ ਕਰਦਾ ਹੈ। ਤਾਂ ਫਿਰ ਯੂਨਾਨੀ ਸ਼ਬਦ ਦਾ ਅਰਥ ਕੀ ਹੈ? ਇਹ ਸ਼ਬਦ ਵਕੀਲ ਦਾ ਵਰਣਨ ਕਰਨ ਦੇ ਲਈ ਇਸਤੇਮਾਲ ਕੀਤਾ ਗਿਆ ਹੈ ਜਾਂ ਕਿਸੇ ਦਾ ਪੱਖ ਨਿਆਂ ਦੇ ਲਈ। ਉਹ ਵਿਅਕਤੀਗਤ ਸਲਾਹਕਾਰ ਜਾਂ ਸਿਖਾਉਣ ਵਾਲਾ ਵੀ ਹੈ। ਹੁਣ ਪੈਰਾਕਲੀਟੋਸ ਨੂੰ 2 ਭਾਗਾਂ ਵਿੱਚ ਵੰਡਿਆ ਜਾ ਸਕਦਾ, ਪੈਰਾ ਤੇ ਕਲੀਟੋਸ। ਪੈਰਾ ਦਾ ਅਰਥ ਹੈ ਬਹੁਤ ਨੇੜੇ ਜਾਂ ਨਾਲ-ਨਾਲ। ਪੌਲਸ ਨੇ ਇਸ ਸ਼ਬਦ ਦਾ ਪ੍ਰਯੋਗ ਆਪਣਾ ਸੰਬੰਧ ਤਿਮੋਥੀਅਸ ਦੇ ਨਾਲ ਪ੍ਰਗਟ ਕਰਨ ਦੇ ਲਈ ਕੀਤਾ। ਪੌਲਸ ਦੇ ਲਈ ਤਿਮੋਥੀਅਸ ਤੋਂ ਜ਼ਿਆਦਾ ਨੇੜੇ ਕੋਈ ਨਹੀਂ ਸੀ। ਉਸ ਨੇ ਇਸ ਸ਼ਬਦ ਦਾ ਪ੍ਰਯੋਗ ਤਿਮੋਥੀਅਸ ਨਾਲ ਆਪਣੀ ਨਜ਼ਦੀਕੀ ਨੂੰ ਸਪਸ਼ਟ ਕਰਨ ਦੇ ਲਈ ਕੀਤਾ। ਤੁਸੀਂ ਮੇਰੇ ਨਾਲ ਹੀ ਹੋ ਨਾ? ਮੇਰੀ ਪਤਨੀ ਲੀਜ਼ਾ ਮੇਰੇ
ਲਈ ਪਾਇਆ ਹੈ। ਮੇਰੇ ਲਈ ਇਸ ਧਰਤੀ ਤੇ ਲੀਜ਼ਾ ਬੀਵੀਅਰ ਤੋਂ ਜ਼ਿਆਦਾ ਕੋਈ ਨਜ਼ਦੀਕੀ ਨਹੀਂ ਹੈ। ਮੈਂ ਉਸ ਨਾਲ ਸੰਬੰਧਾਂ ਨੂੰ ਪ੍ਰਗਟ ਕਰਨ ਲਈ ਇਸ ਸ਼ਬਦ ਦਾ ਪ੍ਰਯੋਗ ਕਰਾਂਗਾ। ਕੈਲਿਓ ਦਾ ਅਰਥ ਹੈ ਪੁਕਾਰਨਾ ਜਾਂ ਬੁਲਾਉਣਾ। ਜਦੋਂ ਰਸੂਲ ਆਪਣੀ ਬੁਲਾਹਟ ਦੇ ਵਿਸ਼ੇ ਵਿੱਚ ਗੱਲ ਕਰਦੇ ਹਨ ਤਾਂ ਅਕਸਰ ਇਸ ਸ਼ਬਦ ਦੀ ਵਰਤੋਂ ਕਰਦੇ ਹਨ। ਦੂਜੇ ਸ਼ਬਦਾਂ ਵਿੱਚ ਜਦੋਂ ਪੌਲਸ ਨੇ ਕਿਹਾ ਮੈਨੂੰ ਗੈਰ ਕੌਮਾਂ ਵਿੱਚੋਂ ਰਸੂਲ ਹੋਣ ਦੇ ਲਈ ਬੁਲਾਇਆ ਗਿਆ ਹੈ, ਤੁਸੀਂ ਮੇਰੇ ਨਾਲ ਹੋ, ਇਹ ਸ਼ਬਦ ਬੁਲਾਇਆ ਜਾਣਾ ਵਿੱਚ ਨਿਸ਼ਚਿਤ ਸਥਾਨ ਤੇ ਨਿਸ਼ਚਿਤਤਾ ਹੈ। ਜਦੋਂ ਤੁਸੀਂ ਇਹ ਦੋਵੇਂ ਸ਼ਬਦ ਇਕੱਠਿਆਂ ਕਰਦੇ ਹੋ ਤਾਂ ਫਿਰ ਜਾਣਦੇ ਹੋ ਕਿ ਯੀਸ਼ੂ ਕੀ ਆਖ ਰਿਹਾ ਹੈ। ਉਹ ਆਖਦਾ ਹੈ ਸਾਡੇ ਪਰਮੇਸ਼ਰ ਦੇ ਨਾਲ ਚੱਲਣ ਵਿੱਚ ਸਾਡਾ ਮਦਦਗਾਰ ਹੋਣ ਦੇ ਲਈ ਪਵਿੱਤਰ ਆਤਮਾ ਨੂੰ ਬੁਲਾਇਆ ਗਿਆ ਹੈ। ਇਹ ਅਸਲ ਵਿੱਚ ਉਸ ਦੀ ਬੁਲਾਹਟ ਅਤੇ ਉਸ ਨੂੰ ਸੌਂਪਿਆ ਗਿਆ ਕੰਮ ਹੈ। ਇਹ ਉਸ ਨੂੰ ਸਦਾ ਕਰਦਾ ਕਿਉਂਕਿ ਯੀਸ਼ੂ ਆਖਦਾ ਹੈ ਉਹ ਸਦਾ ਤੁਹਾਡੇ ਨਾਲ ਰਹੇਗਾ, ਉਹ ਤੁਹਾਨੂੰ ਕਦੇ ਨਾ ਛੱਡੇਗਾ, ਕਦੇ ਨਾ ਤਿਆਗੇਗਾ। ਕੀ ਇਹ ਚੰਗਾ ਨਹੀਂ? ਯੀਸ਼ੂ ਆਖਦਾ ਹੈ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਰਹਿੰਦਾ ਆਇਆ ਹਾਂ, ਠੀਕ ਉਹ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਰਹੇਗਾ। ਮੈਂ ਲੋਕਾਂ ਨੂੰ ਕਈ ਵਾਰ ਇਹ ਆਖਦੇ ਸੁਣਦਾ ਹਾਂ ਕਿ ਕਾਸ਼ ਮੈਂ ਯੀਸ਼ੂ ਨਾਲ ਇਸ ਧਰਤੀ ਤੇ ਚੱਲ ਸਕਦਾ। ਤਾਂ ਮੈਂ ਉਸ ਨੂੰ ਬਹੁਤ ਸਾਰੇ ਸਵਾਲ ਪੁੱਛਦਾ, ਤੁਸੀਂ ਪਵਿੱਤਰ ਆਤਮਾ ਤੋਂ ਇਹ ਸਾਰੇ ਸਵਾਲ ਕਿਉਂ ਨਹੀਂ ਪੁੱਛਦੇ? ਕੀ ਤੁਹਾਨੂੰ ਲੱਗਦਾ ਹੈ ਕਿ ਉਹ ਇੱਕ ਸਥਿਤੀ ਹੈ? ਕੀ ਤੁਸੀਂ ਸੋਚਦੇ ਹੋ ਕਿ ਪਰਮੇਸ਼ਰ ਵੱਲੋਂ ਸਿਰਫ ਇੱਕ ਪ੍ਰਭਾਵ ਹੈ, ਜਾਂ ਫਿਰ ਤੁਸੀਂ ਸੱਚਮੁੱਚ ਨਿਸ਼ਚਾ ਕਰਦੇ ਹੋ ਕਿ ਉਹ ਇੱਕ ਵਿਅਕਤੀ ਹੈ? ਜੇ ਤੁਸੀਂ ਵਿਸ਼ਵਾਸ ਕਰਦੇ ਹੋ ਇੱਕ ਵਿਅਕਤੀ ਹੈ ਤਾਂ ਤੁਸੀਂ ਉਸ ਨੂੰ ਸਵਾਲ ਪੁੱਛੋਗੇ ਕਿਉਂਕਿ ਤੁਸੀਂ ਜਾਣਦੇ ਹੋ ਕਿ ਉਹ ਸਰਵ ਗਿਆਨੀ ਹੈ। ਮੈਂ ਤਾਂ ਇਹ ਪਹਿਲਾਂ ਵੀ ਆਖਿਆ ਸੀ ਤੇ ਫਿਰ ਕਹਿ ਰਿਹਾ ਹਾਂ, ਮੈਨੂੰ ਲੱਗਦਾ ਹੈ ਕਿ ਉਹ ਕਲੀਸਿਆ ਵਿੱਚ ਸਭ ਤੋਂ ਜ਼ਿਆਦਾ ਤੁੱਛ ਜਿਹਾ ਵਿਅਕਤੀ ਹੈ। ਕਿੰਨੀ ਵਾਰ ਅਸੀਂ ਚਰਚ ਵਿੱਚ ਜਾਂਦੇ ਹਾਂ, ਉਸ ਦਾ ਉਲੇਖ ਵੀ ਨਹੀਂ ਹੁੰਦਾ ਜਾਂ ਉਸ ਨੂੰ ਖੋਜਿਆ ਵੀ ਨਹੀਂ ਜਾਂਦਾ। ਉਸ ਨੂੰ ਸਦਾ ਦੇ ਲਈ ਉਹਨਾਂ ਦੇ ਵਿੱਚ ਰਹਿਣ ਤੇ ਚੱਲਣ ਦੇ ਲਈ ਬੁਲਾਇਆ ਗਿਆ ਹੈ। ਯੀਸ਼ੂ ਨੇ ਇੱਕ ਬਹੁਤ ਅਦਭੁਤ ਗੱਲ ਕਹੀ ਯਹੂਨਾ 16:7 ਵਿੱਚ। ਉਹ ਕਹਿੰਦਾ ਮੈਂ ਤੁਹਾਨੂੰ ਸੱਤ ਆਖਦਾ ਹਾਂ। ਥੋੜਾ ਰੁਕੋ, ਇਸ ਦੇ ਵਿਸ਼ੇ ਵਿੱਚ ਸੋਚੋ। ਉਹ ਇਹਨਾਂ ਦੇ ਨਾਲ 3.5 ਸਾਲਾਂ ਤੱਕ ਰਿਹਾ। ਉਸਨੇ ਜੋ ਕੁਝ ਵੀ ਆਖਿਆ ਉਹ ਸਭ ਉਵੇਂ ਹੀ ਹੋਇਆ। ਉਹਨੇ ਕਿਹਾ ਤੂਫਾਨ ਥੰਮ ਜਾ ਤਾਂ ਥੰਮ ਗਿਆ। ਉਸਨੇ ਕਿਹਾ ਉਹ ਗਧੀ ਦਾ ਬੱਚਾ ਉਸ ਥਾਂ ਤੇ ਮਿਲੇਗਾ। ਈਬੇ ਜਾਂ ਕ੍ਰੇਗ ਲਿਸਟ ਤੇ ਜਾਓ ਤੇ ਖੋਜ ਕਰੋ ਕਿ ਉਹਨਾਂ ਨੂੰ ਉਹ ਠੀਕ ਉਸੇ ਥਾਂ ਤੇ ਮਿਲਿਆ। ਉਸਨੇ ਉਹਨਾਂ ਨੂੰ ਠੀਕ ਸਥਾਨ ਦੱਸਿਆ ਜਿੱਥੇ ਗਧੀ ਦਾ ਬੱਚਾ ਸੀ। ਉਹ ਜਾਣਦਾ ਸੀ ਕਿ ਚੇਲਿਆਂ ਵਿੱਚ ਇੱਕ ਚੋਰ ਹੈ। ਉਸਨੇ ਕਿਹਾ ਤੇ ਤਿਵੇਂ ਹੀ ਹੋਇਆ। ਉਹ ਜਾਣਦਾ ਸੀ ਕਿ ਯਰੂਸ਼ਲਮ ਵਿੱਚ ਉਸ ਦੇ ਨਾਲ ਕੀ ਹੋਣ ਵਾਲਾ ਹੈ, ਇਹ ਕਿ ਉਹ ਨੂੰ ਪਾਪੀਆਂ ਦੇ ਹੱਥਾਂ ਵਿੱਚ ਸੌਂਪਿਆ ਜਾਵੇਗਾ। ਉਹ ਜੋ ਕੁਝ ਕਹਿੰਦਾ ਹੈ ਸਭ ਕੁਝ ਹੋ ਜਾਂਦਾ ਹੈ। ਫਿਰ ਉਸ ਦੇ ਨਾਲ 3.5 ਸਾਲ ਤੋਂ ਬਾਅਦ ਉਹ ਕਹਿੰਦਾ ਮੈਂ ਤੁਹਾਨੂੰ ਸੱਤ ਆਖਦਾ ਹਾਂ। ਦੂਜੇ ਸ਼ਬਦਾਂ ਵਿੱਚ ਜੋ ਉਹ ਇਹਨਾਂ ਲੋਕਾਂ ਨੂੰ ਆਖਣਾ ਚਾਹੁੰਦਾ ਹੈ ਨਿਸ਼ਚਿਤ ਕਰਦਾ ਹੈ ਕਿ ਉਹ ਸਮਝ ਰਹੇ ਹਨ ਅਤੇ ਉਹ ਜਾਣਦੇ ਹਨ ਕਿ ਉਹ ਉਹਨਾਂ ਨਾਲ ਝੂਠ ਨਹੀਂ ਬੋਲ ਰਿਹਾ ਹੈ। ਜਿਨ੍ਹਾਂ ਨਾਲ ਕਦੇ ਝੂਠ ਨਹੀਂ ਬੋਲਿਆ, ਜੋ ਝੂਠ ਬੋਲ ਹੀ ਨਹੀਂ ਸਕਦਾ, ਉਸ ਨੂੰ ਕਹਿਣਾ ਪਿਆ ਮੈਂ ਤੁਹਾਨੂੰ ਸੱਤ ਆਖਦਾ ਹਾਂ। ਇਹ ਸੱਚ ਹੈ ਮਿੱਤਰੋ। ਆਇਤ ਦਾ ਅਗਲਾ ਭਾਗ ਕੀ ਹੈ? ਮੈਂ ਜਾ ਰਿਹਾ ਹਾਂ ਕਿਉਂਕਿ ਜੇ ਮੈਂ ਨਾ ਜਾਵਾਂਗਾ ਤਾਂ ਸਹਾਇਕ ਤੁਹਾਡੇ ਕੋਲ ਨਾ ਆਵੇਗਾ, ਪਰ ਜੇ ਮੈਂ ਜਾਵਾਂ ਤਾਂ ਉਹਨੂੰ ਤੁਹਾਡੇ ਕੋਲ ਘੱਲ ਦਿਆਂਗਾ। ਯਹੂਨਾ 16:7 ਕਿ ਮੇਰਾ ਜਾਣਾ ਤੁਹਾਡੇ ਲਈ ਚੰਗਾ ਹੈ ਕਿਉਂਕਿ ਜੇ ਮੈਂ ਨਾ ਜਾਵਾਂ ਤਾਂ ਸਹਾਇਕ ਤੁਹਾਡੇ ਕੋਲ ਨਹੀਂ ਆਵੇਗਾ, ਪਰ ਜੇ ਮੈਂ ਜਾਵਾਂ ਤਾਂ ਉਹਨੂੰ ਤੁਹਾਡੇ ਕੋਲ ਘੱਲ ਦਿਆਂਗਾ। ਇੱਕ ਹੋਰ ਅਨੁਵਾਦ ਵਿੱਚ ਲਿਖਿਆ ਹੈ ਅਤੇ ਉਹ ਮੈਨੂੰ ਚੰਗਾ ਲੱਗਦਾ ਹੈ। ਉਹ ਕਹਿੰਦਾ ਹੈ ਇਸ ਵਿੱਚ ਤੁਹਾਡਾ ਭਲਾ ਹੈ ਕਿ ਮੈਂ ਜਾ ਰਿਹਾ ਹਾਂ। ਯੀਸ਼ੂ ਦਾ ਸਾਡੇ ਲਈ ਜਾਣਾ ਚੰਗਾ ਕਿਉਂ ਸੀ? ਜਰਾ ਸੋਚੋ। ਜੇਕਰ ਯੀਸ਼ੂ ਇੱਥੇ ਹੀ ਰਹਿੰਦਾ ਤਾਂ ਸਾਨੂੰ ਉਸ ਨਾਲ ਗੱਲ ਕਰਨ ਦਾ ਸਮਾਂ ਹੀ ਨਾ ਮਿਲਦਾ ਜਾਂ ਉਸ ਨੂੰ ਸਾਡੇ ਨਾਲ ਮਿਲਣ ਦਾ। ਸਾਨੂੰ ਤੇਲ ਅਵੀਵ ਜਾਂ ਫਲਾਈਟ ਵਿੱਚ ਜਾਣਾ ਪੈਂਦਾ, ਫਿਰ ਟੈਕਸੀ ਲੈ ਕੇ ਗਲੀਲ ਜਾਣਾ ਪੈਂਦਾ। ਸਾਨੂੰ ਲੱਭਣਾ ਮੁਸ਼ਕਲ ਹੀ ਨਹੀਂ ਹੁੰਦਾ ਕਿਉਂਕਿ 1000-2000 ਲੋਕਾਂ ਨੇ ਉਸ ਨੂੰ ਘੇਰਿਆ ਹੁੰਦਾ ਉਸ ਤੱਕ ਜਾਣ ਦੀ ਕੋਸ਼ਿਸ਼ ਵਿੱਚ ਤਾਂ ਕਿ ਉਸ ਤੋਂ ਆਪਣੇ ਸਵਾਲ ਪੁੱਛ ਸਕੋ। ਅਤੇ ਪਤਾ ਹੈ ਉਸ ਨੂੰ ਸੌਣਾ ਵੀ ਪੈਂਦਾ, ਉਸ ਨੂੰ ਖਾਣਾ ਵੀ ਖਾਣਾ ਪੈਂਦਾ ਅਤੇ ਸ਼ਾਇਦ ਸਾਨੂੰ ਵੇਖਣ ਦੇ ਲਈ ਸ਼ਾਇਦ 14 ਘੰਟੇ ਹੀ ਹੁੰਦੇ। ਲੋਕਾਂ ਦੀ ਭੀੜ ਹਮੇਸ਼ਾ ਉਹਦੇ ਚਾਰ ਚਫੇਰੇ ਰਹਿੰਦੀ। ਪਰ ਜਦੋਂ ਤੁਸੀਂ ਪਵਿੱਤਰ ਆਤਮਾ ਵੇਖਦੇ ਹੋ ਬਿਲਕੁਲ ਯੀਸ਼ੂ ਵਰਗਾ ਹੈ, ਉਸੇ ਤਰ੍ਹਾਂ ਸਿਖਾਉਂਦਾ ਹੈ। ਪਰਮੇਸ਼ਰ ਦੀਆਂ ਗੱਲਾਂ ਨੂੰ ਯੀਸ਼ੂ ਦੀ ਤਰ੍ਹਾਂ ਸਪਸ਼ਟ ਕਰਕੇ ਦੱਸਦਾ ਹੈ। ਪਵਿੱਤਰ ਆਤਮਾ ਨੂੰ ਸੌਣ ਦੀ ਲੋੜ ਨਹੀਂ ਹੈ, ਉਸ ਨੂੰ ਖਾਣਾ ਖਾਣ ਦੀ ਲੋੜ ਨਹੀਂ ਹੈ। ਹਜ਼ਾਰਾਂ ਲੋਕ ਆਲੇ ਦੁਆਲੇ ਨਹੀਂ ਹਨ। ਇਸ ਲਈ ਯੀਸ਼ੂ ਨੇ ਕਿਹਾ ਇਸ ਵਿੱਚ ਤੁਹਾਡਾ ਭਲਾ ਹੈ ਕਿ ਮੈਂ ਜਾ ਰਿਹਾ ਹਾਂ। ਤਾਂ ਹੁਣ ਅਗਲੇ ਭਾਗ ਵਿੱਚ ਅਸੀਂ ਇਸ ਅਦਭੁਤ ਪਰਮੇਸ਼ਰ ਤੋਂ ਬਿਲਕੁਲ ਨੇੜੇ ਹੋਣ ਦੇ ਵਿਸ਼ੇ ਵਿੱਚ ਵੇਖਾਂਗੇ।